ਅੱਜ ਇੱਕ ਬਿਲਕੁਲ ਮੁੰਡਿਆਂ ਵਰਗੀ ਹੀ ਕੁੜੀ ਦਿਖਾਵਾਂਗੇ। ਉਹਦੇ ਪਿਤਾ ਜੀ ਇਹ ਗੱਲ ਉਹਨੂੰ ਕਹਿੰਦੇ ਹੁੰਦੇ ਆ ਕਿ ਪੁੱਤ ਤੂੰ ਸਾਡਾ ਪੁੱਤ ਹੈ, ਨਾ ਤਾਂ ਸਾਡੇ ਕੋਈ ਹੋਰ ਧੀ ਹੈ ਨਾ ਕੋਈ ਪੁੱਤ ਹੈ, ਤੂੰ ਸਾਡਾ ਪੁੱਤ ਬਣ ਕੇ ਰਹਿਣਾ। ਤੇ ਉਹ ਕੁੜੀ ਬਿਲਕੁਲ ਮੁੰਡਿਆਂ ਦੇ ਰੂਪ ਦੇ ਵਿੱਚ ਆ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੇ ਉਹਦੇ ਤੇ ਤੌਹਮਤਾਂ ਵੀ ਲਾਈਆਂ ਜਦੋਂ ਬਾਹਰ ਜਾਂਦੀ ਹੈ ਕਿ ਇਹ ਮੁੰਡਿਆਂ ਦੇ ਨਾਲ ਰਹਿਣ ਲੱਗੀ, ਇਹ ਕੁੜੀ ਵਿਗੜ ਗਈ, ਇਹ ਕੁੜੀ ਗਲਤ ਕੰਮ ਕਰਨ ਲੱਗੀ। क्योंकि ਜਿਹੜੇ ਮਮ ਦੇ ਡ੍ਰੀਮ ਸੀ ਉਹ ਵੀ ਮੈਨੂੰ ਡੈਡੀ ਨੇ ਦੱਸਿਆ ਕਿ ਇਹਨੂੰ ਹਮੇਸ਼ਾ ਪੁੱਤ ਬਣਾ ਕੇ ਰੱਖਣਾ ਤੇ ਪੁੱਤਾਂ ਵਾਂਗੂ ਪਾਲਣਾ ਤੇ ਪੁੱਤਾਂ ਵਾਂਗੂ ਹੀ ਇਹਨੂੰ ਝਿੜਕਣਾ ਤੇ ਇਹਨੂੰ ਕਦੇ ਧੀ ਨਹੀਂ ਕਹਿਣਾ। ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਸਮਾਂ ਤੁਸੀਂ ਇੱਕ ਕੁੜੀ ਦੇ ਰੂਪ 'ਚ ਕੱਢਦੇ ਹੋ? ਹਾਂਜੀ, ਉਸ ਟਾਈਮ ਤੇ ਮੈਂ ਕੁੜੀ ਦੇ ਰੂਪ 'ਚ ਕਰਦੀ ਕਿਉਂਕਿ ਕਾਫੀ 7ਵੀਂ 8ਵੀਂ ਤੱਕ ਤਾਂ ਮੁੰਡਿਆਂ ਦੇ ਰੂਪ 'ਚ ਹੀ ਰਹੀ ਹਾਂ ਜੀ। ਇਹਨੂੰ ਕੁੜੀ ਆ, ਤੂੰ ਕੁੜੀਆਂ ਬਣਾ ਕੇ ਰੱਖਿਆ ਕਰ, ਮੁੰਡਿਆਂ ਵਾਂਗੂ ਕਾਹਤੋਂ ਰੱਖਦਾ। ਮੇਰੇ ਡੈਡੀ ਨੂੰ ਵੀ ਕਿਹਾ ਜਾਂਦਾ ਸੀ, ਉਹਨੇ ਹਮੇਸ਼ਾ ਇਹੀ ਕਿਹਾ ਹੀ ਸਭ ਨੂੰ, ਇਹ ਮੇਰਾ ਮੁੰਡਾ ਹੀ ਹੈ। ਬਟ ਲੋਕ ਵੀ ਇਹ ਕਹਿੰਦੇ ਹਾਂ ਹੁਣ ਤਾਂ ਮਾਪਿਓ ਹੈ ਨਹੀਂ, ਹੁਣ ਤਾਂ ਤੂੰ ਐਸ਼ ਕਰਦੀ ਆ, ਤੂੰ ਜੋ ਕੁਛ ਮਰਜ਼ੀ ਕਰ। ਅੱਜ ਕੱਲ੍ਹ ਦੇ ਮੁੰਡੇ ਇੰਸਟਾਗ੍ਰਾਮ ਤੇ ਵੀ ਮੈਸੇਜ ਆਉਂਦੇ ਆ, ਤੂੰ ਹੈ ਤਾਂ ਕੁੜੀਆਂ, ਤੂੰ ਮੁੰਡਿਆਂ ਵਾਂਗੂ ਇੱਦਾਂ ਰਹਿੰਦੀ ਆ, ਤੂੰ ਖੁਸ਼ ਤੱਕ ਵੀ ਮੈਨੂੰ ਅੱਜ ਤੱਕ ਕਿਹਾ ਗਿਆ। ਤੇ ਕਹਿੰਦੇ ਤੂੰ ਉਹਨਾਂ ਵਾਂਗ ਰਹਿ ਰਹੀ ਆ, ਤੂੰ ਸ਼ਾਇਦ ਉਹ ਖੁਸ਼ ਟਾਈਪ ਹੈ। ਤੇ ਮੈਂ ਉਹਦੇ ਇਸ ਟਾਈਮ ਤੇ ਇਹੀ ਚੁੱਪ ਕਰ ਜਾਂਦੀ ਸੀ ਕਿ ਕਿਉਂਕਿ ਮੈਂ ਹਰ ਇੱਕ ਨੂੰ ਆਪਦੀ ਕਹਾਣੀ ਸੁਣਾਉਣਾ ਪਸੰਦ ਨਹੀਂ ਕਰਦੀ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸੱਚੀ ਕਹਾਣੀ ਤੇ ਕੋਈ ਯਕੀਨ ਨਹੀਂ ਕਰਦਾ ਤੇ ਝੂਠੀਆਂ ਕਹਾਣੀਆਂ ਤੇ ਹਰ ਕੋਈ ਯਕੀਨ ਕਰਦਾ। ਤੇ ਜੇ ਮੈਂ ਉਸ ਟਾਈਮ ਤੇ ਕਹੂੰਗੀ ਮੇਰੇ ਮਾਪੇ ਦੀ ਡੈਥ ਹੋ ਗਈ, ਫਿਰ ਅਗਲੇ ਨੇ ਇਹ ਕਹਿਣਾ ਵੀ ਹਾਂ ਤੈਨੂੰ ਤਾਂ ਖੁਸ਼ੀ ਵੀ ਹੋਊਗੀ, ਤੈਨੂੰ ਤਾਂ ਵੇਲ ਮਿਲ ਗਈ, ਵੀ ਕੋਈ ਰੋਕ ਟੋਕ ਹੈ ਨਹੀਂ, ਤੇਰੇ ਅੱਗੇ ਪਿੱਛੇ ਜਾਣ ਵਾਲਾ ਕੋਈ ਹੈ ਨਹੀਂ, ਤੂੰ ਜਿੱਥੇ ਮਰਜ਼ੀ ਆਵੇਂ ਜਾਵੇਂ। ਪਰ ਅੱਜ ਤੱਕ ਇਹ ਗੱਲ ਨਹੀਂ ਹੋਈ ਜੀ। ਜਿੱਥੇ ਮਤਲਬ ਮੇਰੇ ਡੈਡੀ ਨੇ ਮਨਾ ਕੀਤਾ ਸੀ ਉਸ ਰਾਹ 'ਚ ਇੱਧਰ ਨੂੰ ਜਾਂਦਾ ਨਾ, ਮੈਂ ਇੱਧਰ ਨਹੀਂ, ਮੈਂ ਇੱਧਰ ਜਾਣਾ, ਉਹ ਰਾਹ ਮੈਂ ਗਈ ਨਹੀਂ ਅੱਜ ਤੱਕ। ਲੋਕਾਂ ਨੇ ਤੁਮ ਤਾਂ ਬਹੁਤ ਲਾਈਆਂ, ਜਦੋਂ ਇੱਥੇ ਸੀ ਉਦੋਂ ਵੀ ਐਂ ਕਹਿੰਦੇ ਸੀ ਕਿ ਵੀ ਇਹ ਕੁੜੀ ਗਲਤ ਹੈ, ਇਹ ਗਲਤ ਕੰਮਾਂ ਵਿੱਚ ਪੈ ਗਏ। ਬਟ ਜਦੋਂ ਬਾਹਰ ਚਲੇ ਗਏ ਫਿਰ ਉਹਨਾਂ ਨੇ ਐਂ ਕਹਿਤਾ ਵੀ ਇਹਨੂੰ ਤਾਂ ਹੋਰ ਖੁੱਲ੍ਹ ਮਿਲ ਗਈ ਹੈ, ਇੱਥੋਂ ਚਾਚੇ ਕੇ ਵੀ ਨਾਲ ਹੈਗਾ, ਉੱਥੇ ਕੋਈ ਨਹੀਂ ਇਹਨੂੰ ਰੋਕਣ ਟੋਕਣ ਵਾਲਾ, ਇਹ ਬਾਹਰ ਚਲ ਗਈ ਹੈ, ਇਹ ਮੁੰਡਿਆਂ ਨਾਲ ਰਹਿੰਦੀ ਹੈ, ਗਲਤ ਕੰਮ ਕਰਦੀ ਹੈ। ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਬਾਅਦ 'ਚ ਕਈ ਵਾਰ ਨਾ, ਜਦੋਂ ਮੈਨੂੰ ਪਤਾ ਲੱਗਣਾ ਨਾ ਮੇਰੇ ਬਾਰੇ ਇੱਦਾਂ ਦਾ ਕੁਛ ਬੋਲਿਆ ਯਾਰ, ਮੈਂ ਬਹੁਤ ਰੋਣਾ ਕਿ ਵੀ ਮਤਲਬ ਰੱਬ ਨੂੰ ਵੀ ਇਹ ਕਹਿਣਾ ਕਿ ਵੀ ਤੂੰ ਮੈਨੂੰ ਕਿਉਂ ਜਨਮ ਦਿੱਤਾ, ਜੇ ਮੈਨੂੰ ਆਹੀ ਕੁਛ ਸੁਣਨ ਨੂੰ ਮਿਲਣਾ ਸੀ ਕਿਉਂ ਜਨਮ ਦਿੱਤਾ, ਜਾਂ ਜਨਮ ਦਿੱਤਾ ਵੀ ਹੈ ਤੇ ਮੇਰੇ ਮਾਂ ਜਾਂ ਪਿਓ ਇੱਕ ਮੇਰੇ ਨਾਲ ਹੋਣਾ ਚਾਹੀਦਾ। ਮੇਰੇ ਬਰਥ ਤੋਂ ਪਹਿਲਾਂ ਹੀ ਮਮ ਨੂੰ ਥੋੜੀ ਪ੍ਰੋਬਲਮ ਹੁੰਦੀ ਹੈ ਕੈਂਸਰ ਦੀ। ਉਸ ਟਾਈਮ ਤੇ ਡਾਕਟਰ ਵੀ ਇਹ ਕਹਿ ਦਿੰਦੇ ਆ ਕਿ ਜਾਂ ਤਾਂ ਬੇਬੀ ਬਚੂਗਾ ਤੇ ਜਾਂ ਮਾਂ। ਤੇ ਉਸ ਟਾਈਮ ਤੇ ਮੇਰੇ ਘਰਦਿਆਂ ਨੇ ਇਹ ਵੀ ਕਹਿਤਾ ਸੀ ਕਿ ਤੁਸੀਂ ਮਾਂ ਨੂੰ ਬਚਾਓ, ਬੇਬੀ ਦਾ ਦੁਬਾਰਾ ਜਨਮ ਵੀ ਹੋ ਜਾਵੇ। ਉਸ ਤੋਂ ਬਾਅਦ ਮੈਂ 19 ਸਾਲ ਦੀ ਉਮਰ ਵਿੱਚ ਹੁੰਨੀ ਆ ਤੇ ਡੈਡੀ ਦੀ ਡੈਥ ਹੋ ਜਾਂਦੀ ਹੈ। ਡੈਡੀ ਨੇ ਹਮੇਸ਼ਾ ਵੀ ਮੈਨੂੰ ਪੁੱਤ ਕਹਿ ਕੇ ਬੁਲਾਉਣਾ, ਪੁੱਤ ਤੂੰ ਗਲਤ ਕੰਮ ਨਹੀਂ ਕਰਨਾ, ਵੀ ਮੇਰੀ ਵੀ ਇੱਜ਼ਤ ਦਾ ਸਵਾਲ ਹੈ ਤੇ ਤੇਰੀ ਦਾ ਵੀ ਹੈ, ਕਿਉਂਕਿ ਜਦੋਂ ਤੂੰ ਗਲਤ ਕੰਮ ਕਰੇਂਗੀ ਮੈਂ ਰਸਤੇ ਤੇ ਜਾਊਂਗਾ, ਲੋਕ ਮੈਨੂੰ ਕਹਿਣਗੇ ਉਹਦੀ ਕੁੜੀ ਐਵੇਂ ਕਰ ਗਈ, ਜੋ ਤੈਨੂੰ ਜਾਣਗੇ ਤੈਨੂੰ ਲੋਕ ਕਹਿਣਗੇ ਉਹ ਆ ਜਾਂਦੀ ਕੁੜੀ ਜਿਹੜੀ ਐਵੇਂ। ਤੇ ਉਸ ਤੋਂ ਬਾਅਦ ਡੈਡੀ ਇਹ ਕਹਿੰਦੇ ਤੂੰ ਬਾਹਰ ਚਲੀ ਜਾ, ਤੇ ਮੈਂ ਹਮੇਸ਼ਾ ਉਹਨਾਂ ਨੂੰ ਐਵੇਂ ਕਹਿਣਾ ਕਿ ਨਹੀਂ ਮੈਂ ਆਰਮੀ ਜਾਂ ਪੁਲਿਸ ਵਿੱਚ ਜਾਣਾ ਹੈ, ਮੈਂ ਇੱਧਰਲੀ ਸਾਈਡ ਨਹੀਂ ਜਾਣਾ, ਮੈਨੂੰ ਵਧੀਆ ਨਹੀਂ ਲੱਗਦਾ, ਮੇਰਾ ਡ੍ਰੀਮ ਹੈ ਨਹੀਂ ਇੱਧਰ ਦਾ। ਉਹਨਾਂ ਨੇ ਇਹੀ ਕਹਿਣਾ ਵਾਰ-ਵਾਰ। ਬਟ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਨਾ, ਉਸ ਤੋਂ ਬਾਅਦ ਮੈਨੂੰ ਫੀਲ ਹੁੰਦਾ ਕਿ ਮੈਂ ਡੈਡੀ ਦੇ ਡ੍ਰੀਮ ਹੀ ਪੂਰੇ ਕਰਨੇ ਆ। ਮੈਂ ਆਪਦੇ ਸਾਰੇ ਡ੍ਰੀਮ ਇੱਕ ਸਾਈਡ ਕਰ ਦਿੱਤੇ ਔਰ ਮਮ ਔਰ ਡੈਡ ਦੇ ਡ੍ਰੀਮ ਸੀ ਉਹ ਮੈਂ ਫਸਟ ਤੇ ਰੱਖੇ ਹੀ ਇਸ ਟਾਈਮ। ਅੱਧੇ ਤਾਂ ਇਹੀ ਕਹਿੰਦੇ ਸੀ ਚਲੋ ਵਧੀਆ ਹੋ ਗਿਆ ਹਨਾ, ਮੁੰਡਾ ਬਣ ਕੇ ਤੂੰ ਦਿਖਾ ਰਹੀ ਆ, ਆਪਦਾ ਪਿਓ ਦਾ ਸਿਰ ਉੱਚਾ ਕਰ ਰਹੀ ਹੈ, ਵੀ ਤੂੰ ਗਲਤ ਕੰਮਾਂ ਵਿੱਚ ਨਹੀਂ ਪਈ, ਸਹੀ 'ਚ। ਪਰ ਅੱਧੇ ਇਹ ਕਹਿ ਰਹੇ ਸੀ ਇਹ ਜਾਣ ਕੇ ਵਾਲ ਕਟਾ ਰਹੀ ਹੈ, ਇਹਨੇ ਮੁੰਡਿਆਂ ਨਾਲ ਰਹਿਣਾ, ਪਤਾ ਨਾ ਲੱਗੇ ਕਿਸੇ ਨੂੰ ਮੁੰਡੇ ਨਾਲ ਕਿਉਂ ਤੁਰਦੀ ਫਿਰਦੀ, ਇੱਦਾਂ ਦਾ ਵੀ ਮੈਨੂੰ ਕਿਹਾ ਗਿਆ ਸੀ। ਉਦੋਂ ਫੀਲ ਤਾਂ ਬਹੁਤ ਹੋਇਆ ਸੀ, ਪਰ ਉਸ ਟਾਈਮ ਤੇ ਮੈਂ ਇਹ ਨਹੀਂ ਕਹਿ ਸਕੀ ਲੋਕਾਂ ਨੂੰ ਵੀ ਹਾਂ ਮੇਰੇ ਡ੍ਰੀਮਸ ਹੈ। ਇਹ ਵੀ ਬਹੁਤ ਕਿਹਾ ਵੀ ਮਮ ਡੈਡ ਦੇ ਡ੍ਰੀਮ ਸੀ ਮੇਰੇ। ਅੱਜ ਕੱਲ੍ਹ ਹੋਰ ਤਾਂ ਕਿ ਮੈਨੂੰ ਮੁੰਡੇ ਵੀ ਇਹੀ ਗੱਲ ਕਹਿ ਕੇ ਜਾਂਦੇ ਹੁੰਦੇ, ਰਸਤੇ 'ਚ ਜਾਂਦੇ ਦੇਖੀ ਸਾਡੇ ਕੋਲ ਕੋਈ ਕੁੜੀ ਨਹੀਂ ਖੜਦੀ, ਇੱਕ ਮੁੰਡੇ ਕੋਲ 2-2 3-3 ਖੜਦੇ। ਹਾਂਜੀ, ਕਈਆਂ ਨੂੰ ਤਾਂ ਇਹੀ ਲੱਗਦਾ ਹੈ ਕਿ ਮੁੰਡਾ ਹੈ, ਮੈਨੂੰ ਕੋਈ ਦੇਖ ਕੇ ਇਹ ਵੀ ਨਹੀਂ ਕਹਿੰਦਾ ਕੁੜੀ ਆ। ਕਈ ਵਾਰ ਮੈਰਿਜ 'ਚ ਵੀ ਚਲੇ ਜਾਂਦੇ ਰਿਸ਼ਤੇਦਾਰਾਂ ਦੇ 'ਚ। ਹੁਣ ਜਿਹੜੇ ਨੇ ਮੈਨੂੰ ਦੇਖਿਆ ਹੋਇਆ ਉਹ ਤਾਂ ਇਹੀ ਕਹਿੰਦੇ ਵੀ ਹਾਂ ਇਹ ਕੁੜੀ ਹੈ, ਪਰ ਜਿਹਨਾਂ ਨੇ ਨਹੀਂ ਦੇਖਿਆ ਉਹ ਤਾਂ ਇਹੀ ਕਹਿੰਦੇ ਵੀ ਹਾਂ ਮੁੰਡਾ ਹੈ। ਲੋਕ ਐਂ ਕਹਿੰਦੇ ਵੀ ਤੂੰ ਜਦੋਂ ਵਿਆਹ ਕਰਾ ਲਿਆ ਉਦੋਂ ਵੀ ਤੇਰੀ ਇਹੀ ਲੁੱਕ ਰਹਿਣੀ ਹੈ। ਹਾਂ, ਫਿਰ ਤੁਸੀਂ ਕੀ ਜਵਾਬ ਦਿੰਦੇ? ਉਦੋਂ ਮੇਰਾ ਇਹੀ ਜਵਾਬ ਹੁੰਦਾ ਹੈ ਕਿ ਮੇਰੀ ਹਜੇ ਤੱਕ ਵਿਆਹ ਦੀ ਕੋਈ ਪਲੈਨਿੰਗ ਨਹੀਂ ਹੈ, ਕਿਉਂਕਿ ਮੇਰਾ ਜਿਹੜਾ ਡ੍ਰੀਮ ਹੈ ਨਾ ਮੈਂ ਉਹਨੂੰ ਐਂਡ ਤੱਕ ਲੈ ਕੇ ਜਾਣਾ ਹੈ। ਮੇਰਾ ਸੁਪਨਾ ਇਹ ਸੀ ਕਿ ਮੈਂ ਆਰਮੀ 'ਚ ਜਾਵਾਂ, ਪੁਲਿਸ। ਹੁਣ ਕੀ ਸੁਪਨਾ? ਹੁਣ ਇਹੀ ਸੁਪਨਾ ਹੀ ਸਿਰਫ ਜੋ ਮਾਂ ਪਿਓ ਚਾਹੁੰਦੇ ਸੀ ਮੇਰਾ, ਜਦੋਂ ਮਤਲਬ ਡੈਡੀ ਦਾ ਡ੍ਰੀਮ ਸੀ, ਪਹਿਲਾਂ ਇਹ ਡ੍ਰੀਮ ਪੂਰਾ ਕਰਤਾ ਕਿ ਤੂੰ ਬਾਹਰ ਚਲੀ ਜਾਵੇਂ। ਫਿਰ ਹੁਣ ਇਹ ਡ੍ਰੀਮ ਹੈ ਕਿ ਮੈਂ ਡੈਡੀ ਦੇ ਨਾਮ ਤੇ ਕੁਛ ਜਗ੍ਹਾ ਬਣਾਵਾਂ, ਕਿ ਜਿੱਥੇ ਉਹਨਾਂ ਦਾ ਨਾਮ ਆਵੇ ਤੇ ਉਹਨਾਂ ਦੀ ਜਗ੍ਹਾ ਬਣੇ,
ਉੱਥੇ ਕੋਈ ਪੈਸਾ ਨਹੀਂ ਔਰ ਕੁਛ ਨਹੀਂ, ਸਿਰਫ ਫ੍ਰੀ ਮਰੀਜ਼ਾਂ ਜਾਂ ਮੈਂ ਹਸਪੀਟਲ ਖੋਲਾਂ ਜਾਂ ਅਨਾਥ ਆਸ਼ਰਮ। ਜਾਂ ਨਾ। ਜਦੋਂ ਮੈਂ +2 ਇੱਥੇ ਕਰ ਲਈ ਸੀਗੀ ਸਕੂਲ ਵਿੱਚ, ਤੇ ਉਦੋਂ ਤੱਕ ਮੇਰੇ ਡੈਡੀ ਸੀਗੇ ਤੇ ਸਭ ਨੂੰ ਪਤਾ ਸੀ ਇਹਦੇ ਡੈਡੀ ਹੈਗੇ, ਬਟ ਕਿਸੇ ਨੂੰ ਇਹ ਨਹੀਂ ਪਤਾ ਸੀ ਇਹਦੀ ਮਾਂ ਨਹੀਂ ਹੈਗੀ। ਤੇ ਮੈਂ ਕਦੇ ਕਿਸੇ ਨੂੰ ਫੀਲ ਵੀ ਨਹੀਂ ਹੋਣ ਦਿੱਤਾ ਸੀ ਮੈਂ ਘਰੋਂ ਕਿੰਨੀ ਦੁਖੀ ਆ ਤੇ ਬਾਹਰੋਂ ਕਿੰਨੀ ਸੁਖੀ ਆ। ਬਾਹਰ ਤਾਂ ਜਾ ਕੇ ਕਦੇ ਫੀਲ ਹੀ ਨਹੀਂ ਹੋਣ ਦਿੱਤਾ ਕਿ ਮੇਰਾ ਕੋਈ ਭੈਣ ਭਰਾ ਹੈਗਾ, ਮਾਂ ਪਿਓ ਹੈਗਾ, ਕੁਝ ਵੀ ਨਹੀਂ ਫੀਲ ਹੋਇਆ ਸੀ। ਉਦੋਂ ਮੈਨੂੰ ਨਾ ਕਾਫੀ ਟਾਈਮ ਤਾਂ ਮੈਨੂੰ ਇਹੀ ਲੱਗਿਆ ਰਿਹਾ ਕਿ ਡੈਡੀ ਇੱਥੇ ਤੁਰੇ ਫਿਰਦੇ ਹੁੰਦੇ ਸੀ, ਆਹ ਕੰਮ ਕਰਦੇ ਸੀ। ਮੈਨੂੰ ਬਹੁਤ ਫੀਲ ਹੁੰਦਾ ਰਿਹਾ, ਰਾਤ ਨੂੰ ਵੀ ਉੱਠ ਕੇ ਦੇਖਣ ਦੇ ਦੇਖੀ ਡੈਡੀ ਉੱਥੇ ਇਹ ਕੰਮ ਕਰਦੇ ਸੀ। ਉੱਥੇ ਉਹਨਾਂ ਦੀ ਬੈਠਕ ਸੀ, ਜਦੋਂ ਉੱਥੇ ਜਾ ਕੇ ਦੇਖੀ ਤਾਂ ਉਹ ਸਾਰੀ ਸੁਣਨੀ ਪਈ ਹੋਈ। ਜਿੱਦਾਂ ਮੇਰਾ ਵੀਜ਼ਾ ਆਇਆ ਸੀ ਉਦੋਂ ਮੈਂ ਬਹੁਤ ਰੋਈ ਕਿ ਕਾਸ਼ ਅੱਜ ਡੈਡੀ ਹੁੰਦਾ, ਮਾਂ ਹੁੰਦੀ। ਚਲੋ ਇੱਕ ਨਾ ਤਾਂ ਹੁੰਦਾ, ਮਾਂ ਹੈ ਨਹੀਂ ਸੀ, ਪਿਓ ਤਾਂ ਹੁੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਇੱਕ ਬਿਲਕੁਲ ਮੁੰਡਿਆਂ ਵਰਗੀ ਹੀ ਕੁੜੀ ਦਿਖਾਵਾਂਗੇ। ਉਹਦੀ ਕਹਾਣੀ ਬਹੁਤ ਦੁਖਦਾਇਕ ਹੈ ਕੁੜੀ ਦੀ। ਉਹਦੇ ਪਿਤਾ ਜੀ ਇਹ ਗੱਲ ਉਹਨੂੰ ਕਹਿੰਦੇ ਹੁੰਦੇ ਆ ਕਿ ਪੁੱਤ ਤੂੰ ਸਾਡਾ ਪੁੱਤ ਹੈ, ਨਾ ਤਾਂ ਸਾਡੇ ਕੋਈ ਹੋਰ ਧੀ ਹੈ ਨਾ ਕੋਈ ਪੁੱਤ ਹੈ, ਤੂੰ ਸਾਡਾ ਪੁੱਤ ਬਣ ਕੇ ਰਹਿਣਾ। ਤੇ ਉਹ ਕੁੜੀ ਬਿਲਕੁਲ ਮੁੰਡਿਆਂ ਦੇ ਰੂਪ ਦੇ ਵਿੱਚ ਆ ਜਾਂਦੀ ਹੈ। ਸ਼ੁਰੂਆਤ ਦੀ ਕਹਾਣੀ ਇਹ ਹੈ ਕਿ ਉਹਦੀ ਮਾਤਾ ਜੀ ਨੂੰ ਇੱਕ ਐਸੀ ਪ੍ਰੋਬਲਮ ਹੁੰਦੀ ਹੈ, ਕੈਂਸਰ ਦੀ ਪ੍ਰੋਬਲਮ ਹੁੰਦੀ ਹੈ, ਤੇ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਜਾਂਦੀ ਹੈ। ਡਾਕਟਰ ਇਹ ਕਹਿੰਦੇ ਹੈ ਕਿ ਜਾਂ ਤਾਂ ਇਹ ਬੱਚਾ ਬਚ ਸਕਦਾ ਹੈ ਜਾਂ ਇਹਦੀ ਮਾਤਾ ਜੀ ਬਚ ਸਕਦੇ ਆ। ਦੋਨੇ ਖੁਸ਼ਕਿਸਮਤੀ ਨਾਲ ਬਚ ਜਾਂਦੇ ਆ, ਪਰ 1 ਸਾਲ ਬਾਅਦ ਹੀ ਉਹਦੇ ਮਾਤਾ ਜੀ ਦੀ ਮੌਤ ਹੋ ਜਾਂਦੀ ਹੈ। ਬਚਪਨ ਦੇ ਵਿੱਚ ਉਹ ਕੁੜੀ ਹੁੰਦੀ ਹੈ ਤੇ ਬਚਪਨ ਦੇ ਵਿੱਚ ਹੀ ਉਹਦੇ ਫਾਦਰ ਸਾਹਿਬ ਦਾ ਸਾਇਆ ਉਹਦੇ ਸਿਰ ਤੋਂ ਉੱਠ ਜਾਂਦਾ ਹੈ। ਬਹੁਤ ਮੁਸੀਬਤਾਂ ਦੇ ਨਾਲ ਉਹ ਕੁੜੀ ਲੜਦੀ ਹੈ ਤੇ ਉਹਦੇ ਮਾਂ-ਬਾਪ ਦਾ ਇੱਕ ਸੁਪਨਾ ਹੁੰਦਾ। ਉਹਦੇ ਪਿਤਾ ਜੀ ਕਹਿੰਦੇ ਹੁੰਦੇ ਆ ਕਿ ਮੈਂ ਤੈਨੂੰ ਬਾਹਰ ਗਈ ਹੋਈ ਦੇਖਣਾ ਚਾਹੁੰਦਾ ਤੇ ਬਾਹਰ ਜਾ ਕੇ ਤੂੰ ਮੈਨੂੰ ਬੁਲਾਵੇਂ, ਇਹ ਮੇਰਾ ਸੁਪਨਾ। ਪਰ ਉਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਉਹਦੇ ਫਾਦਰ ਸਾਹਿਬ ਇਸ ਦੁਨੀਆ ਤੋਂ ਚੱਲ ਵਸਦੇ ਆ। ਤੇ ਉਹ ਧੀ ਦੇ ਅੰਦਰ ਅੱਜ ਵੀ ਉਹ ਰੀਝ ਹੈ ਕਿ ਜੇ ਮੇਰੇ ਫਾਦਰ ਸਾਹਿਬ ਹੁੰਦੇ ਤਾਂ ਸ਼ਾਇਦ ਮੈਂ ਅੱਜ ਉਹਨਾਂ ਨੂੰ ਦੁਨੀਆ ਦੀ ਸੈਰ ਕਰਾਉਂਦੀ। ਬਹੁਤ ਸਾਰੇ ਲੋਕਾਂ ਨੇ ਉਹਦੇ 'ਤੇ ਤੌਹਮਤਾਂ ਵੀ ਲਾਈਆਂ ਜਦੋਂ ਬਾਹਰ ਜਾਂਦੀ ਹੈ ਕਿ ਇਹ ਮੁੰਡਿਆਂ ਦੇ ਨਾਲ ਰਹਿਣ ਲੱਗ ਗਈ, ਇਹ ਕੁੜੀ ਵਿਗੜ ਗਈ, ਇਹ ਕੁੜੀ ਗਲਤ ਕੰਮ ਕਰਨ ਲੱਗ ਗਈ। ਤੇ ਬਾਹਰ ਜਾ ਕੇ ਇਹ ਭੈਣ ਵਾਲ ਵੀ ਕਟਾ ਦਿੰਦੀ ਹੈ। ਇਹਦੀ ਜ਼ਿੰਦਗੀ ਦੀ ਕਹਾਣੀ ਦਿਖਾਵਾਂਗੇ, ਕਿਵੇਂ ਰਿਸ਼ਤੇਦਾਰ ਕਿਵੇਂ ਆਪਣੇ ਦੂਰ ਹੁੰਦੇ ਹੈ, ਕਿਵੇਂ ਜਿਹੜੇ ਸੱਥਰ ਵਿਸ਼ੇ 'ਤੇ ਇਹ ਕਹਿੰਦੇ ਹੁੰਦੇ ਆ ਕਿ ਅਸੀਂ ਤੇਰੇ ਨਾਲ ਹਾਂ ਤੇ ਉਹ ਇੱਕ ਇੱਕ ਕਰਕੇ ਦੂਰ ਹੋਣ ਲੱਗਦੇ ਆ। ਇਹ ਕੁੜੀ ਦੀ ਕਹਾਣੀ ਦਿਖਾਉਂਦੇ ਆ ਕਿਵੇਂ ਇਹ ਕੁੜੀ 'ਤੇ ਤੌਹਮਤਾਂ ਲੱਗਦੀਆਂ ਨੇ। ਮੇਰੇ ਨਾਲ ਭੈਣ ਜਗਦੀਪ ਬੈਠੀ ਹੈ। ਭੈਣੇ ਬਹੁਤ ਬਹੁਤ ਸਵਾਗਤ ਹੈ ਘੈਂਟ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੋ ਤੁਸੀਂ? ਹਾਂਜੀ ਬਈ ਵਧੀਆ ਜੀ। ਅੱਛਾ, ਤੇ ਭੈਣੇ ਉੱਚੀ ਬੋਲੋ ਥੋੜਾ ਜਿਹਾ। ਤੇ ਜ਼ਿੰਦਗੀ ਦੀ ਸ਼ੁਰੂਆਤ ਕਦੋਂ ਹੁੰਦੀ ਆ? ਸ਼ੁਰੂਆਤ ਮੇਰੇ ਬਚਪਨ ਤੋਂ ਹੀ ਦੁੱਖ ਵਿੱਚ ਹੁੰਦੀ ਹੈ, ਹੂੰ ਕਿਉਂਕਿ ਮੇਰੇ ਬਰਥ ਤੋਂ ਪਹਿਲਾਂ ਹੀ ਮਮ ਨੂੰ ਥੋੜੀ ਪ੍ਰੋਬਲਮ ਹੁੰਦੀ ਹੈ ਕੈਂਸਰ ਦੀ। ਉਸ ਟਾਈਮ ਤੇ ਡਾਕਟਰ ਵੀ ਇਹ ਕਹਿ ਦਿੰਦੇ ਆ ਕਿ ਜਾਂ ਤਾਂ ਬੇਬੀ ਬਚੂਗਾ ਤੇ ਜਾਂ ਮਾਂ। ਤੇ ਉਸ ਟਾਈਮ ਤੇ ਮੇਰੇ ਘਰਦਿਆਂ ਨੇ ਇਹ ਵੀ ਕਹਿਤਾ ਸੀ ਕਿ ਤੁਸੀਂ ਮਾਂ ਨੂੰ ਬਚਾਓ, ਬੇਬੀ ਦਾ ਦੁਬਾਰਾ ਜਨਮ ਵੀ ਹੋ ਜਾਊਗਾ। ਉਸ ਤੋਂ ਬਾਅਦ ਅਜਿਹਾ ਟਾਈਮ ਆਉਂਦਾ ਕਿ ਦੋਨੋਂ ਬਚ ਜਾਂਦੇ ਆ, ਮਾਂ ਵੀ ਔਰ ਮੈਂ ਵੀ। ਤੇ ਉਸ ਤੋਂ ਬਾਅਦ ਮੇਰੇ ਬਰਥ ਤੋਂ ਬਾਅਦ ਤੇ ਮਮ ਨੂੰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਜ਼ਿਆਦਾ ਇਨਫੈਕਸ਼ਨ ਵੱਧ ਜਾਂਦੀ ਹੈ ਤੇ ਉਹਨਾਂ ਦੀ 1 ਸਾਲ ਬਾਅਦ ਡੈਥ ਹੋ ਜਾਂਦੀ ਹੈ ਕੈਂਸਰ ਦੇ ਨਾਲ। ਹਾਂਜੀ। ਤੇ ਉਸ ਤੋਂ ਬਾਅਦ ਬਟ ਮਾਂ ਦਾ ਦੁੱਖ ਮਾਂ ਦਾ ਹੀ ਹੁੰਦਾ ਹੀ, ਉਹਨਾਂ ਦੀ ਕਮੀ ਮੈਨੂੰ ਅੱਜ ਵੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ। ਫਿਰ ਅੱਗੇ ਪੜ੍ਹਾਇਆ ਲਿਖਾਇਆ ਤੇ ਡੈਡੀ ਨੇ ਬਹੁਤ ਕੀਤਾ ਹੀ ਮੇਰਾ, ਹਨਾ। ਉਹਨਾਂ ਦਾ ਦੇਣਾ ਮੈਂ ਕਦੇ ਵੀ ਨਹੀਂ ਵਾਪਸ ਦੇ ਸਕਦੀ, ਚਾਹੇ ਉਹ ਅੱਜ ਦੁਨੀਆ ਤੇ ਹੈ ਚਾਹੇ ਨਹੀਂ ਹੈ। ਉਸ ਤੋਂ ਬਾਅਦ ਮੈਂ 19 ਸਾਲ ਦੀ ਉਮਰ ਵਿੱਚ ਹੁੰਦੀ ਹਾਂ ਤੇ ਡੈਡੀ ਦੀ ਡੈਥ ਹੋ ਜਾਂਦੀ ਹੈ। ਉਹਨਾਂ ਦੀ ਡੈਥ ਅਚਾਨਕ ਹੀ ਹੁੰਦੀ ਹੈ। ਉਹਨਾਂ ਦੀ ਡੈਥ ਤੋਂ 1 ਹਫ਼ਤਾ ਪਹਿਲਾਂ ਉਹਨਾਂ ਨੂੰ ਟਾਈਫਾਇਡ ਸੀਗਾ। ਜਿਸ ਟਾਈਮ ਤੇ ਮੈਨੂੰ ਪਤਾ ਲੱਗਿਆ ਕਿ ਟਾਈਫਾਇਡ, ਉਸ ਟਾਈਮ ਤੇ ਮੈਂ ਬਠਿੰਡੇ ਸੀ, ਇੰਗਲਿਸ਼ ਸਪੀਕਿੰਗ ਕਲਾਸ ਲਗਾਉਣ ਜਾ ਰਹੇ ਸੀ ਮਾਰਨਿੰਗ 10 ਵਜੇ। ਤੇ ਉਸ ਟਾਈਮ ਤੇ ਮੈਨੂੰ ਫੋਨ ਆਇਆ ਭਾਬੀ ਦਾ ਕਿ ਤੇਰੇ ਡੈਡੀ ਬਿਮਾਰ ਨੇ। ਤੇ ਮੈਂ ਜਦੋਂ ਡੈਡੀ ਨਾਲ ਗੱਲ ਕੀਤੀ, ਡੈਡੀ ਨੇ ਮੈਨੂੰ ਇੱਕ ਹੀ ਸ਼ਬਦ ਕਿਹਾ ਕਿ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਾਲ ਤੇ ਕਿ ਜਦੋਂ ਮੈਂ ਮਰ ਗਿਆ ਤੂੰ ਉਦੋਂ ਆਉਣਾ। ਕਿਉਂਕਿ ਉਸ ਟਾਈਮ ਤੇ ਡੈਡੀ ਨੇ ਇਸ ਲਈ ਕਿਹਾ ਸੀ ਕਿਉਂਕਿ ਮੈਂ 3-4 ਦਿਨ ਤੋਂ ਮੈਂ ਭੂਆ ਕੋਲੇ ਰਹਿ ਰਹੀ ਸੀ, ਕਿਉਂਕਿ ਫਿਰ ਇੱਥੇ ਆਣਾ ਜਾਣਾ ਮੈਨੂੰ ਔਖਾ ਲੱਗਦਾ ਸੀਗਾ। ਤੇ ਬਾਅਦ ਵਿੱਚ ਜਦੋਂ ਮੈਂ ਡੈਡੀ ਨੂੰ ਪੁੱਛਿਆ ਕਿਉਂ ਕੀ ਹੋ ਗਿਆ, ਉਹ ਕਹਿੰਦਾ ਮੈਂ ਬਿਮਾਰ ਹਾਂ। ਤੇ ਮੈਂ ਉਸ ਟਾਈਮ ਤੇ ਤੁਰੰਤ ਹੀ ਮੈਂ ਜਦ ਤੋਂ ਪਹੁੰਚੀ ਔਰ ਘਰੇ ਆਏ ਔਰ ਪੁੱਛਿਆ ਕਿ ਕਿੱਦਾਂ ਕੀ ਹੋਇਆ, ਦਵਾਈ ਹੈ ਨਾ। 5 ਦਿਨਾਂ ਵਿੱਚ ਉਹ ਬਿਲਕੁਲ ਸਹੀ ਹੋ ਗਏ ਸੀਗੇ, ਟਾਈਫਾਇਡ ਬਿਲਕੁਲ ਚਲਾ ਗਿਆ ਸੀਗਾ। ਤੇ ਉਸ ਤੋਂ ਬਾਅਦ ਮੈਂ ਕਲਾਸ ਲਾਉਣ ਦੁਬਾਰਾ ਬਠਿੰਡੇ ਫਿਰ ਗਏ ਤੇ ਉਸ ਤੋਂ ਬਾਅਦ ਰਾਤ ਨੂੰ ਮੈਂ ਭੂਆ ਕੋਲ ਹੀ ਰਹਿ ਪਈ ਸੀ। ਮੈਨੂੰ 3 ਵਜੇ ਫੋਨ ਆਇਆ ਸੀਗਾ ਭੂਆ ਕੋਲ ਚਾਚੇ ਕਾ ਕਿ ਉਹਨਾਂ ਦੀ ਡੈਥ ਹੋ ਗਈ ਹੈ।
ਤੇ ਮੈਨੂੰ ਨਹੀਂ ਦੱਸਿਆ ਗਿਆ ਉਸ ਟਾਈਮ ਤੇ। ਮੈਨੂੰ ਤਾਂ ਸਿਰਫ ਇਹ ਕਿਹਾ ਗਿਆ ਸੀ ਕਿ ਦਾਦੀ ਦਾ ਸ਼ੂਗਰ ਵੱਧ ਗਿਆ ਸੀਗਾ ਤੇ ਉਹ ਬਿਮਾਰ ਨੇ, ਮੈਨੂੰ ਇਸ ਲਈ ਕਾਲ ਲਗਾਈ। ਮੈਂ ਪੁੱਛਿਆ ਵੀ ਸੀ ਕੀ ਹੋਇਆ, ਬਟ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ। ਦੂਸਰੇ ਦਿਨ ਮਾਰਨਿੰਗ ਮੈਨੂੰ ਕਹਿੰਦੇ ਚਲੋ ਆਪਾਂ ਚੱਲਦੇ ਆਂ, ਤੇਰੇ ਡੈਡੀ ਫਰੀਦਕੋਟ ਦਾਖਲ ਨੇ ਤੇ ਉਹ ਜ਼ਿਆਦਾ ਬਿਮਾਰ ਹੋ ਗਏ ਸੀ। ਤੁਹਾਨੂੰ ਵੀ ਪਤਾ ਹੀ ਜਦੋਂ ਮਾਪਿਓ ਦੂਰ ਹੁੰਦਾ ਜੀ ਖੁਦ ਦਾ, ਤੇ ਅਚਾਨਕ ਅੰਦਰੋਂ ਫੀਲ ਹੁੰਦਾ ਕਿ ਵੀ ਹਾਂ ਕੁਝ ਗਲਤ ਹੋਇਆ। ਤੇ ਮੈਂ ਉਹਨਾਂ ਨੂੰ ਬਹੁਤ ਪੁੱਛਿਆ ਕਿ ਚਲ ਠੀਕ ਹੈ ਬਿਮਾਰ ਹੈ ਤੇ ਮੇਰੀ ਗੱਲ ਕਰਾ ਦਿਓ। ਕਹਿੰਦੇ ਨਹੀਂ ਐਮਰਜੈਂਸੀ ਵਿੱਚ ਹੈ। ਤਾਂ ਫਿਰ ਮੈਨੂੰ ਅਜਿਹਾ ਹੋਇਆ ਕਿ ਨਹੀਂ ਇਦਾਂ ਨਹੀਂ ਹੋ ਸਕਦਾ, ਬਟ ਮੈਂ ਰੋਣ ਲੱਗ ਗਈ ਸੀ। ਉਸ ਤੋਂ ਬਾਅਦ ਘਰੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਗਈ ਸੀ। ਤੇ ਉਹ ਮੇਰੇ ਲਈ ਇੰਨਾ ਕੁ ਜ਼ਿਆਦਾ ਦੁੱਖ ਦਾ ਟਾਈਮ ਸੀ ਕਿ ਬਹੁਤ ਜ਼ਿਆਦਾ, ਕਿ ਪਹਿਲਾਂ ਬਚਪਨ ਵਿੱਚ 1 ਸਾਲ ਦੇ ਸੀ ਜਦੋਂ, ਉਦੋਂ ਮੈਨੂੰ ਸੁਰਤ ਵੀ ਨਹੀਂ ਸੀ ਕਿ ਮਾਂ ਚਲੀ ਗਈ। ਮੈਂ ਤਾਂ ਮਾਂ ਦੇਖੀ ਵੀ ਨਹੀਂ ਹੈ ਉਸ ਟਾਈਮ ਤੇ। ਹੋਰ ਤੇ ਕਿ ਮੈਨੂੰ ਮਾਂ ਦਾ ਦੁੱਧ ਵੀ ਨਹੀਂ ਪਿਆਇਆ ਗਿਆ ਕਿ ਬੱਚੇ ਨੂੰ ਬਿਮਾਰੀ ਹੋਣੀ ਸ਼ੁਰੂ ਹੋ ਗਈ ਸੀ। ਮੈਨੂੰ ਉਸ ਟਾਈਮ ਤੇ ਬਿਮਾਰੀ ਹੋਣੀ ਸ਼ੁਰੂ ਹੋ ਗਈ ਤੇ ਡਾਕਟਰ ਨੇ ਉਹ ਵੀ ਮਨਾ ਕਰ ਦਿੱਤਾ ਸੀਗਾ ਕਿ ਨਹੀਂ ਪਿਆਣਾ। ਫਿਰ ਜਦੋਂ ਡੈਡੀ ਦੀ ਡੈਥ ਹੁੰਦੀ ਹੈ, ਫਿਰ ਮੈਨੂੰ ਇਹ ਸੋਚਣ ਲੱਗ ਗਏ ਨੇ ਕਿ ਨਾ ਬ੍ਰਦਰ ਹੈ ਨਾ ਸਿਸਟਰ ਹੈ ਤੇ ਮਮ ਡੈਡ ਵੀ ਚਲੇ ਗਏ ਤੇ ਮੈਂ ਇਕੱਲੀ ਕੀ ਕਰੂੰਗੀ ਫਿਊਚਰ 'ਚ। ਤੇ ਉਸ ਟਾਈਮ ਤੇ ਮੈਨੂੰ ਰਿਸ਼ਤੇਦਾਰਾਂ ਨੇ ਕਿਹਾ ਸੀਗਾ, 2-3 ਦਿਨ ਕਹਿੰਦੇ ਰਹੇ ਕਿ ਵੀ ਹਾਂ ਅਸੀਂ ਤੇਰਾ ਸਾਥ ਦੇਵਾਂਗੇ, ਅਸੀਂ ਤੇਰੇ ਨਾਲ ਆ। ਬਟ ਹੌਲੀ ਹੌਲੀ ਅੱਗੇ ਜਦੋਂ ਦਿਨ ਵੱਧਦੇ ਜਾਂਦੇ, ਟਾਈਮ ਹੁੰਦਾ ਗਿਆ ਡੈਡੀ ਦੇ ਡੈਥ ਨੂੰ, ਪਰ ਸਾਰੇ ਸਾਈਡ ਹੁੰਦੇ ਗਏ। ਡੈਡੀ ਦਾ ਡ੍ਰੀਮ ਸੀ ਕਿ ਵੀ ਤੂੰ ਬਾਹਰ ਚਲੀ ਜਾਵੇਂ, ਉਸ ਤੋਂ ਬਾਅਦ ਮੈਨੂੰ ਲੈ ਕੇ ਜਾਵੇਂ ਤੇ ਆਪਾਂ ਦੋਵੇਂ ਵਧੀਆ ਰਹੀਏ, ਹੈ ਨਾ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇਹੀ ਕਹਿਣਾ, ਜਦੋਂ ਬਚਪਨ 'ਚ ਸੀ ਉਹਨਾਂ ਦੀ ਮਮ ਦੀ ਜਦੋਂ ਡੈਥ ਹੋ ਗਈ ਸੀ ਤੇ ਫਿਰ ਮੈਨੂੰ ਥੋੜਾ ਘੱਟ ਫੀਲ ਹੁੰਦਾ ਸੀ, ਕਿਉਂਕਿ ਮੈਨੂੰ ਮਾਂ ਦਾ ਪਿਆਰ ਵੀ ਮੇਰੇ ਡੈਡ ਵੱਲੋਂ ਦਿੱਤਾ ਜਾਂਦਾ ਸੀ ਤੇ ਉਹ ਕਮੀ ਬਹੁਤ ਘੱਟ ਮਹਿਸੂਸ ਹੁੰਦੀ ਸੀ। ਕਿਉਂਕਿ ਜਦੋਂ ਵੀ ਮੈਂ ਚੀਜ਼ ਮੰਗਣੀ ਡੈਡੀ ਤੋਂ, ਡੈਡੀ ਮੈਂ ਇਹ ਲੈਣਾ, ਤੇ ਉਹਨਾਂ ਨੇ ਲਿਆ ਕੇ ਦੇਣਾ। ਕਦੇ ਇਹ ਨਹੀਂ ਮਨਾ ਕੀਤਾ ਸੀ ਕਿ ਨਹੀਂ ਪੁੱਤ ਆਪਾਂ ਟਾਈਮ ਲੱਗਣਾ, ਹੈ ਨਾ, ਜਾਂ ਨਹੀਂ ਲੈ ਕੇ ਦੇਣੀ। ਉਹਨਾਂ ਨੇ ਕਦੇ ਨਹੀਂ ਕਿਹਾ ਸੀ, ਕਿਉਂਕਿ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਇਹਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਹਾਲਾਂ ਤੱਕ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰੇ ਮਮ ਹੈਗੇ ਜਾਂ ਨਹੀਂ ਹੈਗੇ। ਮੈਨੂੰ ਮਾਸੀ ਵਰਗਿਆਂ ਨੇ ਵੀ ਇੰਨਾ ਮੈਨੂੰ ਚਾਹਿਆ ਸੀਗਾ ਦਿਲੋਂ। ਤੇ ਡੈਡੀ ਨੇ ਹਮੇਸ਼ਾ ਵੀ ਮੈਨੂੰ ਪੁੱਤ ਕਹਿ ਕੇ ਬੁਲਾਉਣਾ, ਪੁੱਤ ਤੂੰ ਆਹ ਕੰਮ ਕਰਦੇ, ਜਾਂ ਪੁੱਤ ਆਪਾਂ ਆਹ ਕੰਮ ਨਹੀਂ ਕਰਨਾ, ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ। ਉਹਨਾਂ ਨੇ ਮੈਨੂੰ ਸਭ ਕੁਝ ਦੱਸਿਆ ਤੇ ਮੈਂ ਅਜ਼ਮਾਇਆ ਵੀ ਹੈ। ਤੇ ਉਸ ਤੋਂ ਬਾਅਦ ਉਹਨਾਂ ਦਾ ਹਮੇਸ਼ਾ ਹੀ ਕਹਿੰਦੇ ਸੀ ਮੇਰਾ ਇੱਕ ਡ੍ਰੀਮ ਤੂੰ ਪੂਰਾ ਕਰ ਦੇ। ਉਹਨਾਂ ਨੇ ਮੇਰੇ ਨਾਲ ਇਹ ਵੀ ਗੱਲਾਂ ਕਰਦੇ ਰਹਿੰਦੇ ਸੀ, ਮੈਂ ਪਤਾ ਨਹੀਂ ਰਹਿਣਾ ਪਤਾ ਨਹੀਂ ਰਹਿਣਾ, ਹੈ ਨਾ, ਇੱਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਸੀ। ਉਸ ਟਾਈਮ ਤੇ ਮੈਂ ਇਹ ਕਹਿ ਦਿੰਦੀ ਵੀ ਡੈਡੀ ਐਵੇਂ ਨਾ ਕਿਹਾ ਕਰੋ, ਹੈ ਨਾ, ਵੀ ਗਲਤ ਲੱਗਦਾ, ਇੱਦਾਂ ਫੀਲ ਹੁੰਦਾ ਹੈ ਵੀ ਕਿਉਂ ਐਵੇਂ ਕਹਿ ਰਹੇ ਹੋ ਤੁਸੀਂ, ਹੈ ਨਾ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿਣਾ ਵੀ ਪੁੱਤ ਤੂੰ ਗਲਤ ਕੰਮ ਨਹੀਂ ਕਰਨਾ, ਵੀ ਮੇਰੀ ਵੀ ਇੱਜ਼ਤ ਦਾ ਸਵਾਲ ਹੈ ਤੇ ਤੇਰੀ ਦਾ ਵੀ ਹੈ। ਕਿਉਂਕਿ ਜਦੋਂ ਤੂੰ ਗਲਤ ਕੰਮ ਕਰੇਂਗੀ, ਮੈਂ ਰਸਤੇ ਤੇ ਜਾਊਂਗਾ, ਲੋਕ ਮੈਨੂੰ ਕਹਿਣਗੇ ਉਹਦੀ ਕੁੜੀ ਐਵੇਂ ਕਰ ਗਈ। ਜਦੋਂ ਤੈਨੂੰ ਜਾਣਗੇ ਤੈਨੂੰ ਲੋਕ ਕਹਿਣਗੇ ਉਹ ਆ ਜਾਂਦੀ ਕੁੜੀ ਜਿਹੜੀ ਐਵੇਂ ਕਰ ਗਈ, ਹੈ ਨਾ। ਤੇ ਮੈਨੂੰ ਬਹੁਤ ਸਮਝਾਇਆ ਤੇ ਅੱਜ ਤੱਕ ਵੀ ਮੈਂ ਡੈਡੀ ਦੀਆਂ ਗੱਲਾਂ ਮੈਨੂੰ ਯਾਦ ਨੇ ਤੇ ਉਹਨਾਂ ਨੂੰ ਅਪਣਾ ਰਹੇ ਹਾਂ। ਤੇ ਡੈਡੀ ਦਾ ਇਹ ਡ੍ਰੀਮ ਸੀ ਕਿ ਤੂੰ ਬਾਹਰ ਚਲੀ ਜਾਵੇਂ ਤੇ ਮੈਨੂੰ ਬੁਲਾ ਲੈ, ਆਪਾਂ ਦੋਵੇਂ ਪਿਓ ਧੀ ਜਾਂ ਪਿਓ ਪੁੱਤ ਉੱਥੇ ਜਾ ਕੇ ਰਹੀਏ, ਹੈ ਨਾ। ਉਹਨਾਂ ਨੇ ਹਮੇਸ਼ਾ ਇਹ ਕਹਿਣਾ। ਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਕਹਿੰਦੇ ਸੀ ਵੀ ਤੂੰ ਮੇਰਾ ਪੁੱਤ ਬਣ ਕੇ ਦਿਖਾਈ। ਹਾਂਜੀ, ਉਹ ਮੈਨੂੰ ਇਹੀ ਕਹਿੰਦੇ ਸੀ ਕਿ ਤੂੰ ਮੇਰਾ ਪੁੱਤ ਬਣ ਕੇ ਹੀ ਰਹਿਣਾ ਹਮੇਸ਼ਾ ਤੇ ਮੈਨੂੰ ਕਦੇ ਸਿਰ ਨੀਵਾਂ ਨਹੀਂ ਹੋਣ ਦੇਣਾ। ਕਿਉਂਕਿ ਉਹ ਕਹਿੰਦੇ, ਉਹਨਾਂ ਨੇ ਇਹ ਵੀ ਮੈਨੂੰ ਆਪਸ਼ਨ ਦਿੱਤੀ ਸੀ ਕਿ ਜਿਵੇਂ ਅੱਜ ਕੱਲ੍ਹ ਦੇ ਮੁੰਡੇ ਕਰ ਰਹੇ ਜਾਂ ਨਸ਼ਾ ਪੱਤਾ ਕਰ ਰਹੇ ਆ ਜਾਂ ਅੱਜ ਕੱਲ੍ਹ ਦੀ ਕੁੜੀਆਂ ਕਰ ਰਹੀਆਂ, ਤਾਂ ਉਹ ਸਾਈਡ ਜਮਾ ਨਹੀਂ ਜਾਣਾ। ਤੇ ਅੱਜ ਤੱਕ ਮੈਂ ਉਸ ਸਾਈਡ ਗਈ ਵੀ ਨਹੀਂ। ਤੇ ਉਸ ਤੋਂ ਬਾਅਦ ਡੈਡੀ ਇਹ ਕਹਿੰਦੇ ਤੂੰ ਬਾਹਰ ਚਲੀ ਜਾ, ਤੇ ਮੈਂ ਹਮੇਸ਼ਾ ਉਹਨਾਂ ਨੂੰ ਐਵੇਂ ਕਹਿਣਾ ਕਿ ਨਹੀਂ ਮੈਂ ਆਰਮੀ ਜਾਂ ਪੁਲਿਸ ਵਿੱਚ ਜਾਣਾ ਹੈ, ਮੈਂ ਇੱਧਰਲੀ ਸਾਈਡ ਨਹੀਂ ਜਾਣਾ, ਮੈਨੂੰ ਵਧੀਆ ਨਹੀਂ ਲੱਗਦਾ, ਮੇਰਾ ਡ੍ਰੀਮ ਹੈ ਨਹੀਂ ਇੱਧਰ ਦਾ। ਉਹਨਾਂ ਨੇ ਇਹੀ ਕਹਿਣਾ ਵਾਰ-ਵਾਰ। ਬਟ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਨਾ, ਉਸ ਤੋਂ ਬਾਅਦ ਮੈਨੂੰ ਫੀਲ ਹੁੰਦਾ ਕਿ ਮੈਂ ਡੈਡੀ ਦੇ ਡ੍ਰੀਮ ਹੀ ਪੂਰੇ ਕਰਨੇ ਆ। ਮੈਂ ਆਪਦੇ ਸਾਰੇ ਡ੍ਰੀਮ ਇੱਕ ਸਾਈਡ ਕਰ ਦਿੱਤੇ ਔਰ ਮਮ ਔਰ ਡੈਡ ਦੇ ਡ੍ਰੀਮ ਸੀ ਉਹ ਮੈਂ ਫਸਟ ਤੇ ਰੱਖਿਆ ਹੀ ਇਸ ਟਾਈਮ। ਕਿਉਂਕਿ ਜਿਹੜੇ ਮਮ ਦੇ ਡ੍ਰੀਮ ਸੀ ਉਹ ਵੀ ਮੈਨੂੰ ਡੈਡੀ ਨੇ ਦੱਸਿਆ ਕਿ ਇਹਨੂੰ ਹਮੇਸ਼ਾ ਪੁੱਤ ਬਣਾ ਕੇ ਰੱਖਣਾ ਤੇ ਪੁੱਤਾਂ ਵਾਂਗੂ ਪਾਲਣਾ ਤੇ ਪੁੱਤਾਂ ਵਾਂਗੂ ਹੀ ਇਹਨੂੰ ਝਿੜਕਣਾ ਤੇ ਇਹਨੂੰ ਕਦੇ ਧੀ ਨਹੀਂ ਕਹਿਣਾ ਤੂੰ। ਇਹ ਸਾਰਾ ਕੁਝ ਕਹਿੰਦੇ ਸੀ ਉਹ ਅੱਗੇ। ਮੈਨੂੰ ਜਦੋਂ ਫੀਲ ਹੋਇਆ ਵੀ ਹੈ ਨਾ ਡੈਡੀ ਦਾ ਡ੍ਰੀਮ ਮੈਂ ਪੂਰਾ ਕਰਨਾ ਆ, ਤੇ ਉਦੋਂ ਮੈਨੂੰ ਰਿਸ਼ਤੇਦਾਰਾਂ ਨੂੰ ਇਸ ਕਰਕੇ ਪਿੱਛੇ ਹੋ ਗਏ ਸੀਗੇ ਕਿਉਂਕਿ ਇਹਨੂੰ ਇਹ ਆ ਵੀ ਮੇਰੇ ਤੋਂ ਪੈਸੇ ਨਾ ਲੈਣ। ਉਸ ਟਾਈਮ ਤੇ ਡੈਡੀ ਦੇ ਵੀ ਕੁਝ ਪੈਸੇ ਸੀਗੇ, ਕੁਝ ਮੈਂ ਇੱਧਰ ਜੈਤੋ ਵਾਲੇ ਤੋਂ ਲਏ ਸੀਗੇ ਤੇ ਕੁਝ ਮੇਰੇ ਦਾਦੇ ਨੇ ਪਾ ਕੇ ਮੈਨੂੰ ਬਾਹਰ ਭੇਜਤਾ ਕਿਸੇ ਨਾਲ ਇਕੱਠੇ ਕਰਕੇ ਪੈਸੇ। ਕਿਉਂਕਿ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਘਰ 'ਚ ਇੰਨਾ ਪੈਸਾ ਨਹੀਂ ਹੁੰਦਾ ਕਿਸੇ ਦੇ ਵੀ। ਤੇ ਉਹ ਉਹਨਾਂ ਸਮਾਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਸਮਾਂ ਤੁਸੀਂ ਇੱਕ ਕੁੜੀ ਦੇ ਰੂਪ 'ਚ ਕੱਢਦੇ ਹੋ? ਹਾਂਜੀ, ਉਸ ਟਾਈਮ ਤੇ ਮੈਂ ਕੁੜੀ ਦੇ ਰੂਪ 'ਚ ਕਰਦੀ, ਕਿਉਂਕਿ ਕਾਫੀ 7ਵੀਂ 8ਵੀਂ ਤੱਕ ਤਾਂ ਮੈਂ ਮੁੰਡਿਆਂ ਦੇ ਰੂਪ 'ਚ ਹੀ ਰਹੀ ਹਾਂ ਜੀ। ਉਸ ਤੋਂ ਬਾਅਦ ਲੋਕਾਂ ਨੇ ਕਹੀ ਜਾਣਾ ਇੱਦਾਂ ਉੱਦਾਂ, ਹੈ ਨਾ, ਕੀ ਕਹਿੰਦੇ ਸੀ ਵੀ ਕਹਿੰਦੇ ਇਹਨੂੰ ਕੁੜੀ ਆ, ਤੂੰ ਕੁੜੀਆਂ ਬਣਾ ਕੇ ਰੱਖਿਆ ਕਰ, ਮੁੰਡਿਆਂ ਵਾਂਗੂ ਕਾਹਤੋਂ ਰੱਖਦਾ। ਮੇਰੇ ਡੈਡੀ ਨੂੰ ਵੀ ਕਿਹਾ ਜਾਂਦਾ ਸੀ, ਉਹਨੇ ਹਮੇਸ਼ਾ ਇਹੀ ਕਿਹਾ ਹੀ ਸਭ ਨੂੰ ਇਹ ਮੇਰਾ ਮੁੰਡਾ ਹੀ ਹੈ, ਮੈਂ ਤਾਂ ਕੁੜੀ ਕਦੇ ਸਮਝਿਆ ਨਹੀਂ। ਬਟ ਫਿਰ ਵੀ ਮੈਨੂੰ ਜਦੋਂ ਐਵੇਂ ਫੀਲ ਹੁੰਦਾ ਸੀ ਨਾ ਵੀ ਡੈਡੀ ਨੂੰ ਕਹਿੰਦੇ ਹਰ ਕੋਈ, ਤੇ ਮੈਂ ਉਹ ਕੁੜੀ ਵਾਲਾ ਹੀ ਅਪਣਾ ਲਿਆ ਸੀ। ਜੂੜਾ ਕਰਦੇ ਹੁੰਦੇ ਸੀ ਉਦੋਂ ਤੁਸੀਂ? ਨਹੀਂ, ਉਦੋਂ ਗੋਤੀ ਕਰਦੇ ਸੀ। 7ਵੀਂ 8ਵੀਂ? ਹਾਂਜੀ। ਤੇ ਉਸ ਤੋਂ ਬਾਅਦ ਵੀ ਮਤਲਬ ਬਾਹਰ ਚਲੇ ਗਏ, ਹੈ ਨਾ,
ਤੇ ਫਿਰ ਮੈਂ ਉੱਥੇ ਜਾ ਕੇ ਵਾਲ ਕਟਿੰਗ ਕਰਾਤੇ ਸੀ, ਕਿਉਂਕਿ ਮੈਂ ਇਹ ਅਪਣਾ ਲਿਆ ਸੀ ਕਿ ਮੈਂ ਮਮ ਡੈਡ ਦੇ ਡ੍ਰੀਮ ਤੇ ਚੱਲਣਾ, ਆਪਦੇ ਮੈਂ ਸਾਈਡ ਤੇ ਰੱਖਣੇ ਆ। ਤੇ ਉਸ ਤੋਂ ਬਾਅਦ ਮੈਂ ਹੇਅਰ ਕਟਿੰਗ ਵੀ ਕਰਾਤੇ ਸੀ ਵੀ ਮੁੰਡਾ ਬਣ ਕੇ ਅੱਜ ਤੱਕ ਦਿਖਾਇਆ। ਅੱਜ ਤੱਕ ਘਰੇ ਨਾ ਕੋਈ ਸਾਡੇ ਅਲਾਂਭਾ ਲੜਾਈ ਦਾ ਹੈ ਜੀ, ਤੇ ਨਾ ਹੀ ਕੋਈ ਗਲਤ ਕੰਮਾਂ ਦਾ ਹੈ ਜਿਵੇਂ ਅੱਜ ਕੱਲ ਕੁੜੀਆਂ ਮੁੰਡਿਆਂ ਨਾਲ ਫਿਰਦੀਆਂ, ਨਾ ਹੀ ਅੱਜ ਤੱਕ ਮੈਂ ਕਦੇ ਮੂਵੀ ਦੇਖਣ ਵੀ ਜਾਂਦੇ ਨਾ, ਮੈਂ ਹਮੇਸ਼ਾ ਫੈਮਿਲੀ ਨਾਲ ਗਈ, ਕਦੇ ਮੈਂ ਫਰੈਂਡ ਸਰਕਲ ਨਾਲ ਮੂਵੀ ਦੇਖਣ ਨਹੀਂ ਗਈ। ਜਿਹੜੇ ਯਾਰ ਦੋਸਤ ਬਣਦੇ ਸੀ ਸਕੂਲ ਟਾਈਮ ਵੀ, ਜਾਂ ਉਦੋਂ ਕੁੜੀਆਂ ਬਣਦੇ ਸੀ ਜਾਂ ਮੁੰਡੇ ਬਣਦੇ ਸੀ? ਜਦ ਮੁੰਡੇ ਵੀ ਹੁੰਦੇ ਸੀ, ਕੁੜੀਆਂ, ਕਿਉਂਕਿ ਮੇਰੀ ਗੇਮਸ ਹੁੰਦੀਆਂ ਸੀਗੀਆਂ ਤੇ ਮੇਰਾ ਡ੍ਰੀਮ ਹੀ ਹੁੰਦਾ ਸੀ ਆਰਮੀ ਤੇ ਪੁਲਿਸ, ਤਾਂ ਮੈਂ ਜ਼ਿਆਦਾਤਰ ਗੇਮ ਨੂੰ ਜਾਣਾ। ਕੀ ਗੇਮ ਕਰਦੀ ਸੀ? ਮੇਰੀ ਕਬੱਡੀ ਔਰ ਖੋ ਖੋ, ਵਾਲੀਬਾਲ, ਬਾਸਕਟਬਾਲ ਇਹ ਗੇਮਸ ਹੁੰਦੀਆਂ ਸੀਗੀਆਂ ਮੇਰੀਆਂ, ਐਥਲੈਟਿਕਸ ਸੀਗੀਆਂ। ਤੇ ਮੈਡਮ ਵੀ ਬਹੁਤ ਸਾਥ ਦਿੰਦੇ ਸੀ ਕਿ ਬੱਚਾ ਵੀ ਤੂੰ ਜਾ ਸਕਦੀ ਹੈ, ਵੀ ਤੂੰ ਖੇਡਾਂ ਮਗਰੇ ਲੱਗੇ ਰਹਿ, ਹੈ ਨਾ, ਵੀ ਮਤਲਬ ਇਹੀ ਖੇਡ ਤੂੰ, ਜੇ ਤੂੰ ਇਹੀ ਪ੍ਰੈਕਟਿਸ ਕਰਦੀ ਤੂੰ ਇੱਕ ਨਾ ਇੱਕ ਦਿਨ ਕੁਝ ਬਣ ਜਾਏਗੀ। ਤੇ ਉਸ ਤੋਂ ਬਾਅਦ ਜਦੋਂ ਮੈਂ ਯੂਰਪ ਤੋਂ ਵਾਪਸ ਵੀ ਆਈ ਸੀ ਨਾ, ਇੱਥੇ ਮੈਂ ਸਕੂਲ ਦੇ ਵਿੱਚ ਆਏ ਤੇ ਮੈਨੂੰ ਟੀਚਰ ਕਹਿਣ ਲੱਗੇ ਵੀ ਪੁੱਤ ਤੇਰਾ ਡ੍ਰੀਮ ਸੀਗਾ ਵੀ ਤੂੰ ਫੌਜ 'ਚ ਜਾਣਾ, ਆਰਮੀ 'ਚ ਜਾਣਾ, ਜਾਂ ਤੂੰ ਪੁਲਿਸ 'ਚ ਜਾਣਾ, ਤੂੰ ਕਿਉਂ ਨਹੀਂ ਗਈ? ਜਦੋਂ ਉਹਨਾਂ ਨੂੰ ਮੇਰੀ ਕਹਾਣੀ ਦਾ ਪਤਾ ਲੱਗਿਆ ਵੀ ਡੈਡ ਦੀ ਡੈਥ ਹੋ ਗਈ, ਇੱਦਾਂ ਮੈਂ ਸਟਰਗਲ ਕੀਤਾ, ਹੈ ਨਾ, ਫਿਰ ਉਹਨਾਂ ਨੇ ਕਿਹਾ ਚਲੋ ਬੱਚਾ ਕੋਈ ਗੱਲ ਨਹੀਂ, ਵੀ ਜ਼ਿੰਦਗੀ ਵਿੱਚ ਦੁੱਖ ਵੀ ਆਉਂਦੇ ਤੇ ਸੁੱਖ ਵੀ ਆਉਂਦੇ ਆ। ਉਹਨਾਂ ਨੇ, ਮੈਡਮ ਨੇ ਵੀ ਮੇਰਾ ਬਹੁਤ ਸਾਥ ਦਿੱਤਾ, ਮੈਨੂੰ ਬਹੁਤ ਜ਼ਿਆਦਾ ਸਮਝਾਇਆ, ਤੇ ਮੈਨੂੰ ਅੱਜ ਵੀ ਯਾਦ ਹੈ ਕਿ ਟੀਚਰਾਂ ਦਾ ਸਾਥ ਮੇਰੇ ਅੱਜ ਵੀ ਨਾਲ ਹੈ। ਤੁਸੀਂ ਉਹ ਗੱਲ ਵੀ ਦੱਸਦੇ ਸੀ ਕਿ ਜਦੋਂ ਮੇਰੇ ਬਾਹਰ ਜਾਨੀ ਆ, ਹਨਾ, ਮੈਂ ਉਦੋਂ ਪਹਿਲਾਂ ਵੀ ਆਪਦੇ ਵੀ ਕੁਝ ਦੂਰ ਹੋ ਜਾਂਦੇ, ਹਨਾ, ਤੇ ਫਿਰ ਉਦੋਂ ਬਾਹਰ ਜਦੋਂ ਜਾਂਦੇ ਹੋ ਵਾਲ ਕਟਾ ਦਿੰਦੇ ਹੋ, ਉਦੋਂ ਤੌਹਮਤਾਂ ਲੱਗਦੀਆਂ ਨੇ ਤੁਹਾਡੇ ਤੇ ਬਹੁਤ ਸਾਰੀਆਂ? ਉਦੋਂ ਤੌਹਮਤਾਂ ਰਿਸ਼ਤੇਦਾਰਾਂ ਨੇ ਵੀ ਕਿਸੇ ਨੇ ਕਿਹਾ ਸੀ ਔਰ ਅੱਧਿਆਂ ਨੇ ਨਹੀਂ ਕਿਹਾ। ਅੱਧੇ ਤਾਂ ਇਹੀ ਕਹਿੰਦੇ ਸੀ ਚਲੋ ਵਧੀਆ ਹੋ ਗਿਆ, ਹਨਾ, ਮੁੰਡਾ ਬਣ ਕੇ ਤੂੰ ਦਿਖਾ ਰਹੀ ਹੈ, ਆਪਦਾ ਪਿਓ ਦਾ ਸਿਰ ਉੱਚਾ ਕਰ ਰਹੀ ਹੈ, ਵੀ ਤੂੰ ਗਲਤ ਕੰਮਾਂ ਵਿੱਚ ਨਹੀਂ ਪਈ, ਸਹੀ 'ਚ ਹੈ। ਪਰ ਅੱਧੇ ਇਹ ਕਹਿ ਰਹੇ ਸੀ ਇਹ ਜਾਣ ਕੇ ਵਾਲ ਕਟਾ ਰਹੀ ਹੈ, ਇਹਨੇ ਮੁੰਡਿਆਂ ਨਾਲ ਰਹਿਣਾ, ਪਤਾ ਨਾ ਲੱਗੇ ਕਿਸੇ ਨੂੰ ਮੁੰਡੇ ਨਾਲ ਕਿਉਂ ਤੁਰਦੀ ਫਿਰਦੀ, ਐਦਾਂ ਦਾ ਵੀ ਮੈਨੂੰ ਕਿਹਾ ਗਿਆ ਸੀ। ਉਦੋਂ ਫੀਲ ਤਾਂ ਬਹੁਤ ਹੋਇਆ ਸੀ, ਪਰ ਉਸ ਟਾਈਮ ਤੇ ਮੈਂ ਇਹ ਨਹੀਂ ਕਹਿ ਸਕੀ ਲੋਕਾਂ ਨੂੰ ਵੀ ਹਾਂ ਮੇਰੇ ਡ੍ਰੀਮਸ ਹੈ। ਇਹ ਵੀ ਬਹੁਤ ਕਿਹਾ ਵੀ ਮਮ ਡੈਡ ਦੇ ਡ੍ਰੀਮਸ ਹੈ ਮੇਰੇ, ਬਟ ਲੋਕ ਵੀ ਇਹ ਕਹਿੰਦੇ ਹਾਂ ਹੁਣ ਤਾਂ ਮਾਪਿਓ ਹੈ ਨਹੀਂ, ਹੁਣ ਤਾਂ ਤੂੰ ਐਸ਼ ਕਰਦੀ ਆ, ਤੂੰ ਜੋ ਕੁਛ ਮਰਜ਼ੀ ਕਰ। ਅੱਜ ਕੱਲ੍ਹ ਦੇ ਮੁੰਡੇ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ ਆ, ਤੂੰ ਹੈ ਤਾਂ ਕੁੜੀਆਂ, ਤੂੰ ਮੁੰਡਿਆਂ ਵਾਂਗੂ ਇੱਦਾਂ ਰਹਿੰਦੀ ਆ, ਤੂੰ ਖੁਸ਼ ਤੱਕ ਵੀ ਮੈਨੂੰ ਅੱਜ ਤੱਕ ਕਿਹਾ ਗਿਆ ਜੀ। ਤੇ ਕਹਿੰਦੇ ਤੂੰ ਉਹਨਾਂ ਵਾਂਗ ਰਹਿ ਰਹੀ ਆ, ਤੂੰ ਸ਼ਾਇਦ ਉਹ ਖੁਸਰਿਆਂ ਟਾਈਪ ਹੈ। ਤੇ ਮੈਂ ਉਦੋਂ ਇਸ ਟਾਈਮ ਤੇ ਇਹੀ ਚੁੱਪ ਕਰ ਜਾਂਦੀ ਸੀ ਕਿ ਕਿਉਂਕਿ ਮੈਂ ਹਰ ਇੱਕ ਨੂੰ ਆਪਦੀ ਕਹਾਣੀ ਸੁਣਾਉਣਾ ਪਸੰਦ ਨਹੀਂ ਕਰਦੀ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸੱਚੀ ਕਹਾਣੀ ਤੇ ਕੋਈ ਯਕੀਨ ਨਹੀਂ ਕਰਦਾ ਤੇ ਝੂਠੀਆਂ ਕਹਾਣੀਆਂ ਤੇ ਹਰ ਕੋਈ ਯਕੀਨ ਕਰਦਾ ਹੈ। ਤੇ ਜੇ ਮੈਂ ਉਸ ਟਾਈਮ ਤੇ ਕਹੂੰਗੀ ਮੇਰੇ ਮਾਪੇ ਦੀ ਡੈਥ ਹੋ ਗਈ, ਫਿਰ ਅਗਲੇ ਨੇ ਇਹ ਕਹਿਣਾ ਵੀ ਹਾਂ ਤੈਨੂੰ ਤਾਂ ਖੁਸ਼ੀ ਵੀ ਹੋਗੀ, ਤੈਨੂੰ ਤਾਂ ਵੇਲ ਮਿਲ ਗਈ, ਵੀ ਕੋਈ ਰੋਕ ਟੋਕ ਹੈ ਨਹੀਂ, ਤੇਰੇ ਅੱਗੇ ਪਿੱਛੇ ਜਾਣ ਵਾਲਾ ਕੋਈ ਹੈ ਨਹੀਂ, ਤੂੰ ਜਿੱਥੇ ਮਰਜ਼ੀ ਆਵੇਂ ਜਾਵੇਂ। ਪਰ ਅੱਜ ਤੱਕ ਇਹ ਗੱਲ ਨਹੀਂ ਹੋਈ ਜੀ। ਜਿੱਥੇ ਮਤਲਬ ਮੇਰੇ ਡੈਡੀ ਨੇ ਮਨਾ ਕੀਤਾ ਸੀ ਉਸ ਰਾਹ ਜੇ ਇੱਧਰ ਨੂੰ ਜਾਂਦਾ ਨਾ, ਮੈਂ ਇੱਧਰ ਨਹੀਂ, ਮੈਂ ਇੱਧਰ ਜਾਣਾ, ਉਹ ਰਾਹ ਮੈਂ ਗਈ ਨਹੀਂ ਅੱਜ ਤੱਕ, ਕਿਉਂਕਿ ਮੈਨੂੰ ਇਹ ਆ ਕਿ ਉਹਨਾਂ ਦਾ ਸਿਰ ਉੱਚਾ ਹੋਵੇ ਨਾ ਕਿ ਨੀਵਾਂ ਹੋਵੇ। ਲੋਕਾਂ ਨੇ ਤਾਂ ਬਹੁਤ ਲਾਈਆਂ, ਜਦੋਂ ਇੱਥੇ ਸੀ ਉਦੋਂ ਵੀ ਐਂ ਕਹਿੰਦੇ ਸੀ ਕਿ ਵੀ ਇਹ ਕੁੜੀ ਗਲਤ ਹੈ, ਇਹ ਗਲਤ ਕੰਮਾਂ ਵਿੱਚ ਪੈ ਗਏ। ਬਟ ਜਦੋਂ ਬਾਹਰ ਚਲੇ ਗਏ ਫਿਰ ਉਹਨਾਂ ਨੇ ਐਂ ਕਹਿਤਾ ਵੀ ਇਹਨੂੰ ਤਾਂ ਹੋਰ ਖੁੱਲ੍ਹ ਮਿਲ ਗਈ ਹੈ, ਇੱਥੋਂ ਚਾਚੇ ਕੇ ਵੀ ਨਾਲ ਹੈਗਾ, ਉੱਥੇ ਕੋਈ ਨਹੀਂ ਇਹਨੂੰ ਰੋਕਣ ਟੋਕਣ ਵਾਲਾ, ਇਹ ਬਾਹਰ ਚਲ ਗਈ ਹੈ, ਇਹ ਮੁੰਡਿਆਂ ਨਾਲ ਰਹਿੰਦੀ ਹੈ, ਗਲਤ ਕੰਮ ਕਰਦੀ ਹੈ। ਮੈਨੂੰ ਇਹ ਵੀ ਸੁਣਨ ਨੂੰ ਮਿਲਿਆ ਬਾਅਦ 'ਚ, ਕਈ ਵਾਰ ਨਾ ਜਦੋਂ ਮੈਨੂੰ ਪਤਾ ਲੱਗਣਾ ਨਾ ਮੇਰੇ ਬਾਰੇ ਇੱਦਾਂ ਦਾ ਕੁਝ ਬੋਲਿਆ ਯਾਰ, ਮੈਂ ਬਹੁਤ ਰੋਣਾ ਕਿ ਵੀ ਮਤਲਬ ਰੱਬ ਨੂੰ ਵੀ ਇਹ ਕਹਿਣਾ ਕਿ ਵੀ ਤੂੰ ਮੈਨੂੰ ਕਿਉਂ ਜਨਮ ਦਿੱਤਾ, ਜੇ ਮੈਨੂੰ ਆਹੀ ਕੁਝ ਸੁਣਨ ਨੂੰ ਮਿਲਣਾ ਸੀ ਕਿਉਂ ਜਨਮ ਦਿੱਤਾ, ਜਾਂ ਜਨਮ ਦਿੱਤਾ ਵੀ ਹੈ ਤੇ ਮੇਰੇ ਮਾਂ ਜਾਂ ਪਿਓ ਇੱਕ ਮੇਰੇ ਨਾਲ ਹੋਣਾ ਚਾਹੀਦਾ, ਕਿਉਂਕਿ ਉਸ ਟਾਈਮ ਤੇ ਮੇਰੇ ਡੈਡੀ ਮੇਰੇ ਨਾਲ ਸੀ, ਮੈਨੂੰ ਕੁਝ ਸੁਣਨ ਦੀ ਲੋੜ ਨਹੀਂ ਸੀ, ਉਹ ਆਪੇ ਹੈਂਡਲ ਕਰ ਦਿੰਦੇ। ਕਿਉਂਕਿ ਜਦੋਂ ਕੋਈ ਵੀ ਗੱਲ ਮੈਨੂੰ ਬਾਹਰੋਂ ਉਸ ਟਾਈਮ ਤੇ ਕੋਈ ਮੈਨੂੰ ਗੱਲ ਕਹਿੰਦਾ ਵੀ ਨਹੀਂ ਸੀ, ਤੇ ਜਦੋਂ ਹੁਣ ਤੁਹਾਨੂੰ ਵੀ ਪਤਾ ਹੈ ਕਿਸੇ ਮਮ ਡੈਡ ਦੀ ਡੈਥ ਹੋ ਜਾਂਦੀ ਹੈ, ਬ੍ਰਦਰ ਸਿਸਟਰ ਨਹੀਂ ਹੁੰਦਾ ਕੋਈ, ਤੇ ਬਹੁਤ ਕੁਝ ਕਹਿੰਦੇ ਆ ਲੋਕ, ਇਹ ਇਕੱਲੀ ਰਹਿੰਦੀ ਹੈ, ਵਿਗੜ ਗਈ ਹੈ, ਇਹ ਗਲਤ ਕੰਮਾਂ ਵਿੱਚ ਪੈ ਗਈ ਹੈ, ਇਹ ਇੱਥੇ ਐਵੇਂ ਕਰਦੀ ਹੈ, ਬਹੁਤ ਕੁਝ ਕਿਹਾ ਜੀ ਮੈਨੂੰ ਸਭ ਨੇ। ਪਰ ਮੈਂ ਇਹੀ ਕਹਿ ਕੇ ਸਾਈਡ ਤੇ ਕਰਦਾ ਸੀ, ਕੋਈ ਨਾ ਰੱਬ ਦੇਖਦਾ। ਕਦੇ ਮੂੰਹ ਤੋੜਵਾ ਜਵਾਬ ਨਹੀਂ ਦਿੱਤਾ ਉਹਨਾਂ ਨੂੰ? ਮੂੰਹ ਤੋੜਵਾ ਜਵਾਬ ਮੈਂ ਜਿਹਨੂੰ ਵੀ ਦੇਵਾਂ ਹੀ ਅਗਲਾ ਇਹੀ ਕਹਿੰਦਾ ਤੈਨੂੰ ਹਾਂ ਕਿਸੇ ਦਾ ਡਰ ਨਹੀਂ ਹੈਗਾ। ਮੈਂ ਅਗਲੇ ਨੂੰ ਇਹ ਵੀ ਕਹਾਂ ਮਮ ਡੈਡ ਹੈ ਨਹੀਂ, ਉਹ ਅਗਲਾ ਇਹ ਕਹਿੰਦਾ ਵੀ ਹਾਂ ਤੇਰੇ ਮਮ ਡੈਡ ਨਹੀਂ ਹੈਗੇ, ਤੂੰ ਫਿਰ ਵੀ ਜਾਣ ਕੇ ਤੂੰ ਇਹ ਕੰਮ ਕਰ ਰਹੀ ਹੈ। ਇੱਕ ਗੱਲ ਇਹ ਵੀ ਕਿਉਂਕਿ ਅਗਲੇ ਨੂੰ ਮੇਰੀ ਲਾਈਫ ਬਾਰੇ ਨਹੀਂ ਪਤਾ ਹੀ, ਮੇਰੀ ਲਾਈਫ ਕਿੱਥੋਂ ਤੱਕ ਆ ਔਰ ਕਿੱਥੇ ਕੀ ਸੀ ਤੇ ਕੀ ਨਹੀਂ, ਕਿਸੇ ਨੂੰ ਕੁਝ ਨਹੀਂ ਪਤਾ, ਸਿਰਫ ਉਹ ਮੇਰੇ ਫੇਸ ਤੋਂ, ਮੇਰੀ ਰਹਿਣੀ ਸਹਿਣੀ ਤੋਂ ਜੱਜ ਕਰਦੇ। ਇੱਕ ਗੱਲ ਇਹ ਵੀ ਤੁਸੀਂ ਮੈਨੂੰ ਦੱਸਦੇ ਸੀ ਕਿ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਆ ਤੇ ਤੁਹਾਨੂੰ ਇਹ ਲੋਕ ਕਹਿੰਦੇ ਆ ਕਿ ਇਹ ਤਾਂ ਬਹੁਤ ਖੁਸ਼ ਆ, ਇਹ ਤਾਂ ਹਿੜ ਹਿੜ ਕਰਦੀ ਫਿਰਦੀ, ਦੰਦ ਕੱਢਦੀ ਫਿਰਦੀ ਆ। ਹਾਂਜੀ, ਉਹ ਮੈਨੂੰ ਨਾਮ ਨਹੀਂ ਲਊਂਗੀ, ਮੇਰੇ ITI 'ਚ ਟੀਚਰ ਹੁੰਦੇ ਸੀ ਇੱਕ ਮੈਡਮ, ਉਹਨਾਂ ਵੱਲੋਂ ਮੈਨੂੰ ਸੁਣਨ ਨੂੰ ਮਿਲਿਆ ਸੀ ਕਿ ਮੈਂ ਉਸ ਟਾਈਮ ਤੇ ITI 'ਚ ਪੜ੍ਹਦੇ ਜਿਸ ਟਾਈਮ ਤੇ ਮੇਰੇ ਡੈਡੀ ਦੀ ਡੈਥ ਹੋਈ ਸੀ,
ਤੇ ਉਹ ਡੈਥ ਤੋਂ ਬਾਅਦ ਮੈਂ 15 ਦਿਨ ਬਾਅਦ ਆਈਟੀ ਵਿੱਚ ਗਈ ਤੇ ਹੁਣ ਤੁਹਾਨੂੰ ਵੀ ਪਤਾ ਹੀ ਕਲਾਸ ਦੀਆਂ ਕੁੜੀਆਂ ਨੂੰ ਮੈਡਮ ਨੇ ਕਿਹਾ ਗਿਆ ਸੀ ਕਿ ਇਹਨੂੰ ਥੋੜਾ ਜਿਹਾ ਸਾਈਡ ਤੇ ਮਤਲਬ ਇਹਦਾ ਧਿਆਨ ਸਾਈਡ ਤੇ ਲੈ ਕੇ ਜਾਓ ਹਨਾ ਕਿਸੇ ਨਾ ਕਿਸੇ ਹਿਸਾਬ ਨਾਲ। ਹੁਣ ਤੁਹਾਨੂੰ ਵੀ ਪਤਾ ਹੀ ਮੈਂ ਉੱਥੋਂ ਆਈਟੀ ਚ ਗਏ ਸੀਗੇ, ਚਲੋ ਫਿਰ ਵੀ ਸਾਈਡ ਮੈਂ ਬਹੁਤ ਰੋਈ ਵੀ ਸੀ ਉਸ ਦਿਨ, ਰੋਂਦੀ ਵੀ ਬਹੁਤ ਟਾਈਮ ਰਹੇ ਪਰ ਤੁਹਾਨੂੰ ਪਤਾ ਹਰ ਟਾਈਮ ਰੋਇਆ ਵੀ ਨਹੀਂ ਜਾਂਦਾ ਕਿਉਂਕਿ ਮੈਨੂੰ ਪਤਾ ਸੀ ਮੇਰੀ ਜ਼ਿੰਦਗੀ 'ਚ ਹੁਣ ਮੈਂ ਅੱਗੇ ਕੀ ਕਰਨਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਕਿਉਂਕਿ ਮੇਰਾ ਮਾਂ ਵੀ ਉਹੀ ਸੀ ਤੇ ਮੇਰਾ ਪਿਓ ਵੀ ਉਹੀ ਸੀ, ਉਹੀ ਮੇਰੇ ਤੋਂ ਦੂਰ ਚਲੇ ਗਏ। ਤੇ ਮੈਨੂੰ ਟੀਚਰ ਨੇ ਇਹ ਕਿਹਾ ਕਿ ਇਹਨੂੰ ਕੋਈ ਅਚਾਨਕ ਕੋਈ ਗੱਲ ਹੋਈ ਹੈ ਨਾ ਸਾਡੇ ਪੁਰਾਣੀ, ਤੇ ਮੇਰੀ ਫਰੈਂਡਸ ਨੇ ਦੱਸਣ ਲੱਗੇ, ਉਹ ਤੋਂ ਮੈਂ ਹੱਸਣ ਲੱਗ ਗਈ ਤੇ ਟੀਚਰ ਦੇਖ ਕੇ ਮੈਨੂੰ ਇਹ ਕਹਿਣ ਲੱਗ ਗਈ ਸੀ ਕਿ ਵੀ ਇਹਨੂੰ ਕੋਈ ਆਪਣੇ ਡੈਡੀ ਦੀ ਡੈਥ ਦਾ ਕੁਝ ਨਹੀਂ ਹੈ, ਇਹਨੂੰ ਤਾਂ ਬਸ ਹਾਸੀ ਮਜ਼ਾਕ ਹੈ। ਹੁਣ ਤੁਸੀਂ ਖੁਦ ਦੇਖੋ ਜਿਹਦੇ ਮਾਪਿਓ ਦੀ ਡੈਥ ਹੋ ਜਾਊਗੀ ਉਹਨੂੰ ਹਾਸੀ ਮਜ਼ਾਕ ਸੁਝੂਗਾ, ਮੈਨੂੰ ਤਾਂ ਜਮਾਂ ਵੀ ਨਹੀਂ ਕਿਉਂਕਿ ਮੇਰਾ ਡੈਡੀ ਵੀ ਉਹੀ ਸੀ ਤੇ ਮੇਰੀ ਮਾਂ ਵੀ ਉਹੀ ਸੀ, ਮੇਰੀ ਸਾਰੀ ਦੁਨੀਆ ਹੀ ਉਹ ਸੀ। ਤੇ ਤੁਸੀਂ ਇਦਾਂ ਜਦੋਂ ਇੱਕ ਆਮ ਪਿੰਡਾਂ ਦੀ ਕੁੜੀ ਹਨਾ ਇਦਾਂ ਦਾ ਰੂਪ ਬਣਾ ਲੇ ਤਾਂ ਆਮ ਲੋਕ ਵੀ ਜੱਜ ਕਰਦੇ ਆ ਹਨਾ, ਆਮ ਲੋਕ ਵੀ ਦੇਖਦੇ ਆ ਵੀ ਇਹ ਤੁਰਿਆ ਕੀ ਜਾਂਦਾ ਕਿ ਇਹ ਮੁੰਡਾ ਕਿ ਕੁੜੀ ਆ, ਇਦਾਂ ਦੇਖਦੇ ਆ ਲੋਕ। ਹਾਂਜੀ, ਕਈਆਂ ਨੂੰ ਤਾਂ ਇਹੀ ਲੱਗਦਾ ਹੈ ਕਿ ਮੁੰਡਾ ਹੈ, ਮੈਨੂੰ ਕੋਈ ਦੇਖ ਕੇ ਇਹ ਵੀ ਨਹੀਂ ਕਹਿੰਦਾ ਕੁੜੀ ਆ। ਕਈ ਵਾਰ ਮੈਰਿਜ 'ਚ ਵੀ ਚਲੇ ਜਾਂਦੇ ਰਿਸ਼ਤੇਦਾਰਾਂ ਦੇ 'ਚ, ਹੁਣ ਜਿਹੜੇ ਨੇ ਮੈਨੂੰ ਦੇਖਿਆ ਹੋਇਆ ਉਹ ਤਾਂ ਇਹੀ ਕਹਿੰਦੇ ਵੀ ਹਾਂ ਇਹ ਕੁੜੀ ਹੈ, ਪਰ ਜਿਹਨਾਂ ਨੇ ਨਹੀਂ ਦੇਖਿਆ ਉਹ ਤਾਂ ਇਹੀ ਕਹਿੰਦੇ ਵੀ ਹਾਂ ਮੁੰਡਾ ਹੈ। ਅੱਛਾ, ਹਾਂਜੀ। ਕਦੇ ਹੋਇਆ ਐਸਾ ਵਾਕਿਆ? ਹਾਂਜੀ, ਬਹੁਤ ਵਾਰ ਹੋਇਆ। ਕਈ ਵਾਰ ਸਕੂਲ ਦੀਆਂ ਫਰੈਂਡਸ ਕੁੜੀਆਂ ਮਿਲ ਜਾਂਦੀਆਂ ਨੇ, ਸਕੂਲ 'ਚ ਪੜ੍ਹਦੇ ਹੁੰਦੇ ਇਕੱਠੇ, ਉਹ ਅਗਲਾ ਦੇਖ ਕੇ ਤਾਂ ਇਹੀ ਕਹੂਗਾ ਕੁੜੀਆਂ ਮੁੰਡੇ ਕੋਲ ਖੜੀਆਂ ਨੇ। ਅੱਜ ਕੱਲ੍ਹ ਹੋਰ ਤਾਂ ਕੀ ਮੈਨੂੰ ਮੁੰਡੇ ਵੀ ਇਹੀ ਗੱਲ ਕਹਿ ਕੇ ਜਾਂਦੇ ਹੁੰਦੇ ਰਸਤੇ 'ਚ ਜਾਂਦੇ, ਦੇਖੀ ਸਾਡੇ ਕੋਲ ਕੋਈ ਕੁੜੀ ਨਹੀਂ ਖੜਦੀ, ਇੱਕ ਮੁੰਡੇ ਕੋਲ 2-2 3-3 ਖੜੀਆਂ। ਕਿਉਂਕਿ ਮੇਰਾ ਉਦੋਂ ਦਾ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਮੈਂ ਕੁੜੀਆਂ ਤੇ ਕੁੜੀਆਂ ਨਾਲ ਫਰੈਂਡ ਸਰਕਲ ਆ ਮੇਰਾ, ਤੇ ਜਿੱਥੇ ਵੀ ਮੈਨੂੰ ਮਿਲ ਜਾਣ ਉੱਥੇ ਹੀ ਮੈਂ ਗੱਲ ਕਰਨ ਲੱਗ ਜਾਂਦੀ ਕਿਉਂਕਿ ਉਹ ਵੀ ਕਹਿੰਦੇ ਤੈਨੂੰ ਇੰਨਾ ਟਾਈਮ ਹੋ ਗਿਆ ਹੈ ਨਾ ਮਿਲੇ ਨੂੰ। ਤੁਹਾਨੂੰ ਪਤਾ ਵੀ ਪੁਰਾਣਾ ਫਰੈਂਡ ਸਰਕਲ ਜਦੋਂ ਮਿਲਦਾ ਤੇ ਫੀਲਿੰਗ ਵੱਖਰੀ ਹੁੰਦੀ ਹੈ। ਤੇ ਬਾਕੀ ਜਦੋਂ ਮੇਰੇ ਮਮ ਡੈਡ ਬਾਰੇ ਪਤਾ ਲੱਗ ਗਿਆ ਤਾਂ ਉਹ ਵੀ ਮੇਰਾ ਫਰੈਂਡ ਸਰਕਲ ਵੀ ਬਹੁਤ ਸੈਡ ਹੁੰਦਾ ਕਿ ਤੇਰੇ ਨਾਲ ਬਹੁਤ ਬੁਰਾ ਹੋਇਆ। ਸਕੂਲ 'ਚ ਮੈਂ ਹਮੇਸ਼ਾ ਹੱਸਦੇ ਰਹਿਣਾ ਹੁੰਦਾ ਹੈ ਨਾ ਵੀ ਫਰੈਂਡ ਸਰਕਲ ਨੂੰ ਕਦੇ ਇਹ ਨਹੀਂ ਫੀਲ ਹੋਣ ਦਿੱਤਾ ਮੇਰੇ ਮਮ ਹੈ ਨਹੀਂ। ਜਦੋਂ ਮੈਂ +2 ਇੱਥੇ ਕਰ ਲਈ ਸੀਗੀ ਸਕੂਲ ਵਿੱਚ ਤੇ ਉਦੋਂ ਤੱਕ ਮੇਰੇ ਡੈਡੀ ਸੀਗੇ ਤੇ ਸਭ ਨੂੰ ਪਤਾ ਸੀ ਇਹਦੇ ਡੈਡੀ ਹੈਗੇ, ਬਟ ਕਿਸੇ ਨੂੰ ਇਹ ਨਹੀਂ ਪਤਾ ਸੀ ਇਹਦੀ ਮਾਂ ਨਹੀਂ ਹੈਗੀ। ਤੇ ਮੈਂ ਕਦੇ ਕਿਸੇ ਨੂੰ ਫੀਲ ਵੀ ਨਹੀਂ ਹੋਣ ਦਿੱਤਾ ਸੀ ਮੈਂ ਘਰੋਂ ਕਿੰਨੀ ਦੁਖੀ ਹਾਂ ਤੇ ਬਾਹਰੋਂ ਕਿੰਨੀ ਸੁਖੀ ਹਾਂ। ਬਾਹਰ ਤਾਂ ਜਾ ਕੇ ਕਦੇ ਫੀਲ ਹੀ ਨਹੀਂ ਹੋਣ ਦਿੱਤਾ ਕਿ ਮੇਰਾ ਕੋਈ ਭੈਣ ਭਰਾ ਹੈਗਾ, ਮਾਂ ਪਿਓ ਹੈਗਾ, ਕੁਝ ਵੀ ਨਹੀਂ ਫੀਲ ਹੋਇਆ ਸੀ। ਬਟ ਜਦੋਂ ਘਰੇ ਜਾਂਦੇ ਸੀ ਥੋੜੇ ਟੈਨਸ਼ਨ ਡੈਡੀ ਨੂੰ ਦੇਖ ਕੇ, ਕਿਉਂਕਿ ਤੁਹਾਨੂੰ ਵੀ ਪਤਾ ਇਕੱਲੇ ਬੰਦੇ ਦੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ, ਮੇਰੀ ਜ਼ਿੰਮੇਵਾਰੀ, ਸਾਰੇ ਘਰ ਦੀ ਜ਼ਿੰਮੇਵਾਰੀ, ਥੋੜਾ ਔਖਾ ਹੋ ਜਾਂਦਾ ਸੀਗਾ। ਤੇ ਘਰੇ ਜਾ ਕੇ ਮੈਨੂੰ ਫੀਲ ਹੁੰਦਾ ਸੀ ਕਿ ਵੀ ਹਾਂ ਵੀ ਆਪਾਂ ਥੋੜੀ ਮਜਬੂਰੀ 'ਚ ਚੱਲ ਰਹੇ ਆ, ਵੀ ਡੈਡੀ ਮਜਬੂਰ ਆ ਨਾ ਥੋੜਾ ਜਿਹਾ। ਤੇ ਬਾਕੀ ਬਾਹਰ ਤਾਂ ਐਵੇਂ ਰਹੀ ਦੱਸ ਕੇ ਕਦੇ ਕਿਸੇ ਨੂੰ ਫੀਲ ਹੀ ਨਹੀਂ ਹੋਣ ਦਿੱਤਾ ਸੀ। ਅੱਜ ਤੱਕ ਮੈਂ ਕਿਸੇ ਨੂੰ ਫੀਲ ਹੀ ਨਹੀਂ ਹੋਣ ਦਿੱਤਾ ਵੀ ਮੈਂ ਕਿੱਦਾਂ, ਕੀ ਹੈ ਮੇਰੇ ਅੰਦਰ, ਕੀ ਹੈ ਤੇ ਮੇਰੇ ਬਾਹਰ ਕੀ ਹੈ। ਅੱਛਾ, ਤੇ ਜਦੋਂ ਕਦੇ ਸੁਸਾਇਟੀ 'ਚ ਵਿਚਰਦੇ ਹੋ ਕਦੇ ਪਿੱਠ ਪਿੱਛੇ ਕੁਝ ਮਾੜਾ ਸੁਣਨ ਨੂੰ ਮਿਲਦਾ? ਨਹੀਂ, ਉਸ ਟਾਈਮ ਤੇ ਕਈ ਵਾਰ ਇਹੀ ਕਹਿ ਦਿੰਦੇ ਵੀ ਜਿਹੜੇ ਮੈਨੂੰ ਜਾਣਦੇ ਆ ਉਹ ਤਾਂ ਇਹੀ ਕਹਿ ਦਿੰਦੇ ਆ, ਕਈ ਤਾਂ ਸਹੀ ਵੀ ਬਹੁਤ ਕਹਿੰਦੇ ਤੇ ਕਈ ਬੁਰਾ ਵੀ ਬਹੁਤ ਕਹਿੰਦੇ ਆ। ਸਹੀ ਤਾਂ ਇਹ ਕਹਿੰਦੇ ਚਲੋ ਵੀ ਕੁੜੀ ਸੀਗੀ ਤੇ ਉਹਨੇ ਮੁੰਡਾ ਬਣ ਕੇ ਆਪਦਾ ਸਿਰ ਉੱਚਾ ਕਰਤਾ, ਪਿਓ ਦਾ ਬਾਹਰ ਚਲੀ ਗਈ, ਪਿਓ ਦਾ ਸਿਰ ਉੱਚਾ ਹੋ ਗਿਆ ਤੇ ਉਹ ਸੁਖੀ ਐਂ ਕਹਿੰਦੇ ਹੋਣਗੇ ਵੀ ਹਾਂ ਚੱਲ ਦੇਖਦੇ ਹੋਣਗੇ ਵੀ ਅੱਜ ਸਾਡੀ ਧੀ ਕਿੱਥੋਂ ਤੋਂ ਕਿੱਥੇ ਪਹੁੰਚੀ, ਸਾਡਾ ਪੁੱਤ ਕਿੱਥੋਂ ਤੋਂ ਕਿੱਥੇ ਪਹੁੰਚਿਆ। ਪਰ ਕਈ ਇੱਦਾਂ ਵੀ ਕਰਦੇ ਆ ਵੀ ਜਿਹਨੂੰ ਨਹੀਂ ਨੌਲੇਜ ਹੁੰਦੀ, ਤੁਹਾਨੂੰ ਪਤਾ ਅੱਜ ਕੱਲ੍ਹ ਪਿੰਡਾਂ ਦੇ ਲੋਕਾਂ ਨੂੰ ਨਹੀਂ ਪਤਾ ਬਾਹਰ ਦੀਆਂ ਕੰਟਰੀਆਂ 'ਚ ਕੀ ਹੈ ਤੇ ਕੀ ਨਹੀਂ, ਉਹਨਾਂ ਨੂੰ ਜਿੱਦਾਂ ਦਾ ਸੁਣਨ ਦਾ ਮਿਲਦਾ ਨਾ ਉਹ ਉੱਦਾਂ ਉਸੇ ਸਾਈਡ ਹੀ ਹੋ ਜਾਂਦੇ ਆ। ਫਿਰ ਉਹ ਕਹਿਣ ਲੱਗ ਕਹਿੰਦੇ ਵੀ ਹਾਂ ਉੱਥੇ ਗਲਤ ਕੰਮ ਹੁੰਦੇ, ਉੱਥੇ ਜਾ ਕੇ ਕੁੜੀਆਂ ਗਲਤ ਕੰਮ ਕਰਦੀਆਂ ਨੇ। ਸਾਰੀ ਥਾਂ ਇਹ ਨਹੀਂ ਹੁੰਦਾ ਜੀ। ਨਹੀਂ, ਪਿੱਠ ਪਿੱਛੇ ਕਦੇ ਇਹ ਲੁੱਕ ਨੂੰ ਲੈ ਕੇ ਕੁਝ ਮਾੜਾ ਸੁਣਨ ਨੂੰ ਮਿਲਿਆ ਹੋਵੇ? ਪਿੱਠ ਪਿੱਛੇ ਤਾਂ ਇਹੀ ਕਹਿੰਦੇ ਕੁੜੀ ਗਲਤ ਕੰਮਾਂ ਵਿੱਚ ਪੈ ਗਈ ਤਾਂ ਹੀ ਆਹੀ ਲੁੱਕ ਪਾ ਲਈ ਇਹਨੇ। ਅੱਛਾ, ਹਾਂਜੀ। ਤੇ ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਕੱਲ ਨੂੰ ਇਹਦਾ ਵਿਆਹ ਕਿਵੇਂ ਹੋਊਗਾ, ਇਹਨੇ ਮੁੰਡਿਆਂ ਵਾਂਗੂ ਰਹਿੰਦੀ ਹੈ ਇਹ? ਨਹੀਂ, ਅੱਜ ਤੱਕ ਮੇਰੇ ਘਰਦਿਆਂ ਨੇ ਜਾਂ ਮੇਰੇ ਰਿਸ਼ਤੇਦਾਰਾਂ ਨੇ ਇਹ ਕਦੇ ਨਹੀਂ ਕਿਹਾ ਸੀਗਾ। ਤੇ ਬਾਹਰ ਦੇ ਲੋਕ ਜੋ ਕਹੀ ਜਾਣ ਉਹ ਮੈਨੂੰ ਕੋਈ ਪਰਵਾਹ ਨਹੀਂ ਹੈ। ਮੈਨੂੰ ਘਰ ਤੱਕ ਹੈ ਵੀ ਮੇਰੇ ਘਰ ਦੇ ਮੈਨੂੰ ਮਾੜਾ ਨਾ ਕਹਿਣ। ਲੋਕ ਕਹਿੰਦੇ ਕਿ ਇਹਦਾ ਰਿਸ਼ਤਾ ਨਹੀਂ ਹੋਣਾ, ਵਿਆਹ ਨਹੀਂ ਹੋਣਾ। ਲੋਕ ਐਂ ਕਹਿੰਦੇ ਵੀ ਤੂੰ ਜਦੋਂ ਵਿਆਹ ਕਰਾ ਲਿਆ ਉਦੋਂ ਵੀ ਤੇਰੀ ਇਹੀ ਲੁੱਕ ਰਹਿਣੀ ਹੈ। ਹਾਂ, ਫਿਰ ਤੁਸੀਂ ਕੀ ਜਵਾਬ ਦਿੰਦੇ ਹੋ? ਉਦੋਂ ਮੇਰਾ ਇਹੀ ਜਵਾਬ ਹੁੰਦਾ ਹੈ ਕਿ ਮੇਰੀ ਹਜੇ ਤੱਕ ਵਿਆਹ ਦੀ ਕੋਈ ਪਲੈਨਿੰਗ ਨਹੀਂ ਹੈ ਕਿਉਂਕਿ ਮੇਰਾ ਜਿਹੜਾ ਡ੍ਰੀਮ ਹੈ ਨਾ ਮੈਂ ਉਹਨੂੰ ਐਂਡ ਤੱਕ ਲੈ ਕੇ ਜਾਣਾ ਹੈ। ਹਾਂਜੀ। ਤੁਸੀਂ ਇਹ ਗੱਲ ਵੀ ਕਹਿੰਦੇ ਸੀ ਕਿ ਜਦੋਂ ਮੈਂ ਬਾਹਰ ਜਾਂਦੀ ਹਾਂ ਉਦੋਂ ਜਾ ਕੇ ਜਦੋਂ ਮੇਰੇ ਦਿਮਾਗ 'ਚ ਇਹ ਆਉਂਦਾ ਕਿ ਕਾਸ਼ ਮੇਰਾ ਅੱਜ ਬਾਪੂ ਹੁੰਦਾ, ਮੈਂ ਉਹਨੂੰ ਬਾਹਰ ਬੁਲਾਉਂਦੀ ਹੈ ਨਾ। ਤੇ ਮੇਰਾ ਉਦੋਂ ਮੈਨੂੰ ਜ਼ਿਆਦਾ ਫੀਲ ਉਸ ਟਾਈਮ ਤੇ ਹੋਇਆ ਸੀ ਜਦੋਂ ਮੈਂ ਇੱਥੋਂ ਚੜ੍ਹਨਾ ਸੀਗਾ ਕਿ ਵੀ ਅੱਜ ਮੇਰੇ ਡੈਡੀ ਹੁੰਦੇ ਤੇ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਸੀ। ਜਿੱਦਾਂ ਮੇਰਾ ਵੀਜ਼ਾ ਆਇਆ ਸੀ ਉਦੋਂ ਮੈਂ ਬਹੁਤ ਰੋਈ ਕਿ ਕਾਸ਼ ਅੱਜ ਡੈਡੀ ਹੁੰਦੇ।
ਮਾਂ ਹੁੰਦੀ, ਚਲੋ ਇੱਕ ਨਾ ਤਾਂ ਹੁੰਦਾ, ਮਾਂ ਹੈ ਨਹੀਂ ਸੀ ਪਿਓ ਤਾਂ ਹੁੰਦਾ। ਤੇ ਮੈਨੂੰ ਬਹੁਤ ਬੁਰਾ ਲੱਗਿਆ ਸੀ ਉਸ ਟਾਈਮ ਤੇ ਕਿ ਮੇਰਾ ਵੀਜ਼ਾ ਆ ਗਿਆ ਤੇ ਮੈਂ ਜਾ ਰਹੀ ਤੇ ਮੇਰੇ ਡੈਡੀ ਨਹੀਂ ਹੈ ਮੇਰੇ ਨਾਲ। ਫਿਰ ਉਧਰੋਂ ਜਦੋਂ ਵਾਪਸ ਆਨੇ ਆ ਮੈਂ ਇਸ ਘਰ ਵਿੱਚ, ਜਦੋਂ ਜਿੱਥੇ ਅਸੀਂ ਰਹਿੰਦੇ ਸੀ ਸਾਰੇ ਇਕੱਠੇ, ਉਦੋਂ ਮੈਨੂੰ ਨਾ ਕਾਫੀ ਟਾਈਮ ਤਾਂ ਮੈਨੂੰ ਇਹੀ ਲੱਗਿਆ ਰਿਹਾ ਕਿ ਡੈਡੀ ਇੱਥੇ ਤੁਰੇ ਫਿਰਦੇ ਹੁੰਦੇ ਸੀ, ਆਹ ਕੰਮ ਕਰਦੇ ਸੀ। ਮੈਨੂੰ ਬਹੁਤ ਫੀਲ ਹੁੰਦਾ ਰਿਹਾ, ਰਾਤ ਨੂੰ ਵੀ ਉੱਠ ਕੇ ਐਂ ਦੇਖੀ ਡੈਡੀ ਉੱਥੇ ਇਹ ਕੰਮ ਕਰਦੇ ਸੀ। ਜਦੋਂ ਹੁਣ ਜਦੋਂ ਵਾਪਸ ਵਿਹੜੇ ਆਉਂਦੇ 'ਚ ਤੁਰੇ ਫਿਰਦੇ ਜਦੋਂ ਰਹਿੰਦੇ ਸੀ। ਵਾਪਸ ਆਉਂਦੇ ਹੋ ਬਾਹਰ ਤੋਂ, ਕਦੇ ਉਹ ਘਰ 'ਚ ਜਾਂਦੇ ਹੋ ਤੇ ਉਹ ਯਾਦਾਂ ਤਾਜ਼ੀਆਂ ਹੁੰਦੀਆਂ ਨੇ? ਬਹੁਤ ਹੁੰਦੀਆਂ ਜੀ। ਉਸ ਤੋਂ ਬਾਅਦ ਮੈਂ ਜਦੋਂ ਕਰੋਨਾ ਚੱਲ ਰਿਹਾ ਸੀ ਉਦੋਂ ਮੇਰੇ ਦਾਦਾ ਜੀ ਦੀ ਵੀ ਡੈਥ ਹੋ ਗਈ ਸੀ। ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ। ਜਦੋਂ ਉੱਥੇ ਪਿੰਡ ਸਾਡਾ ਗਿੱਲਪੱਤੀ, ਉੱਥੇ ਜਾਈਦਾ, ਉੱਥੇ ਉਹਨਾਂ ਦੀ ਬੈਠਕ ਸੀ, ਜਦੋਂ ਉੱਥੇ ਜਾ ਕੇ ਦੇਖੀਦਾ ਉਹ ਸਾਰੀ ਸੁਣਨੀ ਪਈ ਹੈ ਜੀ ਅੱਜ ਉਹਨਾਂ ਦੀ ਵਜ੍ਹਾ ਨਾਲ। ਸੁਪਨਾ ਕੀ ਸੀ, ਕਰਨਾ ਕੀ ਚਾਹੁੰਦੇ ਸੀ? ਮੇਰਾ ਸੁਪਨਾ ਇਹ ਸੀ ਕਿ ਮੈਂ ਆਰਮੀ 'ਚ ਜਾਵਾਂ, ਪੁਲਿਸ 'ਚ ਹੁਣ ਕੀ ਸੁਪਨਾ? ਹੁਣ ਇਹੀ ਸੁਪਨਾ ਹੀ ਸਿਰਫ ਜੋ ਮਾਪਿਓ ਚਾਹੁੰਦੇ ਸੀ ਮੇਰਾ, ਜਦੋਂ ਮਤਲਬ ਡੈਡੀ ਦਾ ਡ੍ਰੀਮ ਸੀ, ਪਹਿਲਾਂ ਇਹ ਡ੍ਰੀਮ ਪੂਰਾ ਕਰਤਾ ਕਿ ਤੂੰ ਬਾਹਰ ਚਲੀ ਜਾਵੇਂ। ਫਿਰ ਹੁਣ ਇਹ ਡ੍ਰੀਮ ਹੈ ਕਿ ਮੈਂ ਡੈਡੀ ਦੇ ਨਾਮ ਤੇ ਕੁਝ ਜਗ੍ਹਾ ਬਣਾਵਾਂ, ਕਿ ਜਿੱਥੇ ਉਹਨਾਂ ਦਾ ਨਾਮ ਆਵੇ ਤੇ ਉਹਨਾਂ ਦੀ ਜਗ੍ਹਾ ਬਣੇ। ਉੱਥੇ ਕੋਈ ਪੈਸਾ ਨਹੀਂ ਔਰ ਕੁਝ ਨਹੀਂ, ਸਿਰਫ ਫ੍ਰੀ ਮਰੀਜ਼ਾਂ, ਜਾਂ ਮੈਂ ਹਸਪੀਟਲ ਖੋਲਾਂ ਜਾਂ ਅਨਾਥ ਆਸ਼ਰਮ। ਇਹ ਡ੍ਰੀਮ ਹੈ, ਕਿਉਂਕਿ ਮੈਂ ਇਹ ਨਹੀਂ ਉਹਨਾਂ ਦਾ ਸਾਰਾ ਖਤਮ ਨਹੀਂ ਕਰਨਾ ਚਾਹੁੰਦੀ, ਹਮੇਸ਼ਾ ਜਿੰਦਾ ਰੱਖਣਾ ਚਾਹੁੰਦੀ ਹਾਂ। ਕੀ ਬਾਤ ਹੈ, ਬਹੁਤ ਵੱਡਾ ਸੁਪਨਾ ਭੈਣੇ ਤੁਹਾਡਾ, ਬਹੁਤ ਵੱਡੇ। ਤੇ ਕੋਈ ਜਾਂਦੇ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਕਰਨਾ ਚਾਹੁੰਦੇ ਹੋ? ਬਸ ਇਹੀ ਲੋਕਾਂ ਨੂੰ ਮੇਰਾ ਇਹੀ ਕਹਿਣਾ ਕਿ ਵੀ ਮੈਨੂੰ ਸਿਰਫ ਮੇਰੇ ਤੋਂ ਜੱਜ ਨਾ ਕਰੋ, ਮੇਰੇ ਜੋ ਅੰਦਰ ਹੈ ਉਹ ਮੈਂ ਸਾਰੇ ਅੱਗੇ ਨਹੀਂ ਖੋਲ ਸਕਦੀ। ਕਿਸੇ ਅੱਗੇ ਆਪਾਂ, ਤੁਹਾਨੂੰ ਵੀ ਪਤਾ, ਆਪਾਂ ਸਾਰੇ ਅੱਗੇ ਆਪਣਾ ਨਹੀਂ ਖੋਲ ਸਕਦੇ। ਹੁਣ ਮੈਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਮੈਸੇਜ ਆ ਜਾਂਦੇ ਆ ਕਿ ਤੂੰ ਗਲਤ ਆ, ਤੂੰ ਇੱਦਾਂ ਹਨਾ, ਤੂੰ ਗਲਤ ਕਰ ਰਹੀ ਹੈ ਸਾਰਾ ਕੁਝ, ਤੂੰ ਕੁੜੀਆਂ ਵਾਂਗੂ, ਤੂੰ ਕੁੜੀਆਂ ਵਾਂਗੂ ਰਹਿ। ਕੋਈ ਲੋਕ ਨਾ ਮਤਲਬ ਗਾਲਾਂ ਵੀ ਕੱਢ ਜਾਂਦੇ ਜੀ ਮੈਨੂੰ। ਕੀ ਕਹਿੰਦੇ ਲੋਕ ਇਹ ਗਾਲਾਂ ਕੱਢ ਜਾਂਦੇ ਆ ਕਿ ਵੀ ਹਾਂ ਤੂੰ ਕੁੜੀਆਂ ਨਾਲ ਹਨਾ ਫਰੈਂਡਸ ਰਹੇ, ਵੀ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕੁੜੀਆਂ ਕਿ ਮੁੰਡਾ ਆ। ਤੇ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਤੂੰ ਗਲਤ ਕੰਮਾਂ ਵਿੱਚ ਪੈ ਰਹੀ ਹੈ, ਤੂੰ ਕੁੜੀ ਬਣ ਕੇ ਰਹਿ, ਜੇ ਤੂੰ ਕੁੜੀ ਆ ਤੂੰ ਆ ਗਾਲ ਕੱਢ ਕੇ ਵੀ ਕਹਿੰਦੇ ਆ ਵੀ ਤੂੰ ਇਹ ਕੀ ਖੋਲ ਰੱਖਿਆ, ਤੂੰ ਤਮਾਸ਼ਾ ਲਗਾ ਰੱਖਿਆ। ਤੁਸੀਂ ਖੁਦ ਦੇਖੋ ਵੀ ਮੇਰੇ ਅੰਦਰ ਜੋ ਹੈਗਾ ਉਹ ਮੈਂ ਸਭ ਨੂੰ ਨਹੀਂ ਦਿਖਾ ਸਕਦੀ। ਵਿਆਹ ਦਾ ਪਲਾਨ ਹੈਗਾ ਹੁਣ ਅੱਗੇ ਕੋਈ ਹੈ ਨਹੀਂ? ਅੱਗੇ ਹਲੇ ਤੱਕ ਕੁਝ ਵੀ ਨਹੀਂ ਆਈ, ਕਿਉਂਕਿ ਹਲੇ ਤੱਕ ਮੈਂ ਲਾਸਟ ਜਦੋਂ ਤੁਹਾਨੂੰ ਦੱਸਿਆ ਹੀ ਡੈਡੀ ਦਾ, ਮੈਂ ਜਿੰਨਾ ਟਾਈਮ ਐਂਡ ਤੱਕ ਮਤਲਬ ਉਹਨਾਂ ਨੂੰ ਹਲੇ ਤੱਕ ਮੈਂ ਜਿੰਦਾ ਦਿਖਾਣਾ ਚਾਹੁੰਦੀ ਹਾਂ। ਕੀ ਬਾਤ ਹੈ, ਬਹੁਤ ਵੀ ਉਹਨਾਂ ਦੇ ਲਈ ਕੁਝ ਖੋਲ ਕੇ ਉਸ ਤੋਂ ਬਾਅਦ ਹੀ ਆਪਣੇ ਬਾਰੇ ਮੈਂ ਸੋਚੋ, ਉਸ ਤੋਂ ਪਹਿਲਾਂ ਮੈਂ ਕੁਝ ਨਹੀਂ ਸੋਚ ਸਕਦੀ ਆਪਣੇ ਬਾਰੇ। ਸ਼ੌਂਕ ਸ਼ੁਰੂ ਤੋਂ ਮੁੰਡਿਆਂ ਵਾਲੀ ਹੈ ਜੀ ਮੇਰੇ, ਅੱਜ ਤੋਂ ਨਹੀਂ, ਬਚਪਨ ਤੋਂ ਹੀ ਮੇਰੇ ਮੁੰਡਿਆਂ ਵਾਲੇ, ਕਿਉਂਕਿ ਮੈਨੂੰ ਬਚਪਨ ਤੋਂ ਮੁੰਡਿਆਂ ਵਾਂਗ ਰੱਖਿਆ ਗਿਆ। ਮੈਂ ਸਕੂਲ 'ਚ ਵੀ ਜਦ ਦੁਪੱਟਾ ਕੁੜੀਆਂ ਨੇ ਐਵੇਂ ਲੈਣਾ ਨਾ, ਮੈਂ ਦੂਜੇ ਬॉयਜ਼ ਵਾਂਗ ਲੈਣਾ। ਤੇ ਮੈਨੂੰ ਕਈ ਵਾਰ ਟੀਚਰ ਵੀ ਕਹਿੰਦੇ ਤੂੰ ਇਦਾਂ ਹਨਾ, ਮੈਂ ਕਿਹਾ ਮੈਡਮ ਨਹੀਂ, ਮੈਂ ਵੀ ਰਹਿਣਾ ਪਸੰਦ ਕਰਦੀ। ਫਿਰ ਮੈਨੂੰ ਟੀਚਰ ਵੀ ਕਹਿਣ ਲੱਗੇ ਚਲੋ ਵੀ ਬੱਚੇ ਦਾ ਡ੍ਰੀਮ ਹੁੰਦਾ ਹੈ ਹਨਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਹਨਾ ਵੀ ਮੇਰੇ ਬਾਰੇ ਵੀ ਮੈਂ ਡੈਡੀ ਹੈਗੇ ਨੇ ਹਨਾ, ਉਹ ਮੈਨੂੰ ਇਦਾਂ ਰੱਖਣਾ ਚਾਹੁੰਦੇ, ਮੈਂ ਟੀਚਰ ਨੂੰ ਦੱਸਿਆ। ਫਿਰ ਮੈਨੂੰ ਟੀਚਰ ਕਹਿਣ ਲੱਗੇ ਕੋਈ ਨਾ ਬੱਚਾ, ਵੀ ਤੁਸੀਂ ਜਿਵੇਂ ਮਰਜ਼ੀ ਰਹਿ ਸਕਦੇ ਹੋ। ਸ਼ੌਂਕ ਕੀ ਹੈ? ਡਰਾਈਵਿੰਗ ਦਾ, ਕੋਈ ਗਾਉਣ ਦਾ, ਕੋਈ ਅਸਲੇ ਦਾ? ਕੋਈ ਸਿਰਫ ਡਰਾਈਵਿੰਗ ਦਾ ਹੀ ਹੈ ਜੀ, ਅਸਲੇ ਤੋਂ ਤਾਂ ਥੋੜਾ ਦੂਰੀ ਹੈ, ਕਿਉਂਕਿ ਘਰਦੇ ਨੇ ਕਿ ਆਪਾਂ ਇਹ ਕੰਮ ਨਹੀਂ ਕਰਨੇ, ਨਾ ਅਸਲੇ ਦਾ ਨਾ ਨਸ਼ੇ ਦਾ, ਇਹ ਤੋਂ ਕਹਿਣਾ ਹਮੇਸ਼ਾ ਦੂਰ ਹੀ ਰਹਿਣਾ ਆਪਾਂ। ਕਿਹੜਾ ਅਸਲਾ ਬਾਈਕ ਹੈ ਜਾਂ ਕਿਹੜੇ ਸਾਧਨ ਨੇ ਜਿਹੜੇ ਚਲਾ ਲੈਂਦੇ ਹੋ? ਮੈਂ ਕਾਰ ਵਗੈਰਾ ਔਰ ਕਾਰ ਜਾਂ ਬਾਈਕ ਵਗੈਰਾ ਚਲਾ ਲੈਂਦੇ ਹੋ? ਹਾਂਜੀ। ਦਲੇਰ ਵੀ ਹੋ ਹਨਾ ਕਾਫੀ ਤੁਸੀਂ? ਉਹ ਤਾਂ ਹੀ ਬਸ ਹਾਲਾਤ ਬਣਾ ਦਿੰਦੇ ਆ। ਭੈਣੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਕਿ ਲੋਕਾਂ ਨੂੰ ਮੇਰੇ ਇਹੀ ਕਹਿਣਾਗਾ ਦੁਨੀਆ ਨੂੰ ਕਿ ਮੈਨੂੰ ਜੋ ਕਹਿਣਾ ਆ ਮੇਰੇ ਫੇਸ ਟੂ ਫੇਸ ਆ ਕੇ ਕਹੋ, ਮੇਰੇ ਪਿੱਠ ਪਿੱਛੇ ਕੁਝ ਨਾ ਕਹੋ, ਕਿਉਂਕਿ ਪਿੱਠ ਪਿੱਛੇ ਕੁਝ ਹੋਰ ਕਹਿੰਦੇ ਆ, ਬਾਕੀ ਜਿਹੜਾ ਦੱਸਣ ਵਾਲਾ ਬੰਦਾ ਹੈ ਨਾ ਉਹ ਚਾਰ ਗੱਲਾਂ ਮੈਨੂੰ ਵੱਧ ਲਾ ਕੇ ਦੱਸਦਾ। ਤੇ ਹਰ ਇੱਕ ਨੂੰ ਮੇਰਾ ਇਹੀ ਕਹਿਣਾ ਕਿ ਮੈਨੂੰ ਦੇਖ ਕੇ ਜੱਜ ਨਾ ਕਰੋ, ਮੈਂ ਕੀ ਆ, ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਉੱਠਿਆ ਉਹ ਸਿਰਫ ਮੈਨੂੰ ਪਤਾ, ਮੇਰੀ ਫੈਮਿਲੀ ਨੂੰ ਪਤਾ ਤੇ ਮੇਰੇ ਡੈਡੀ ਨੂੰ ਪਤਾ ਹੈ ਕਿੱਥੋਂ ਕੀ ਹੋਇਆ ਮੈਂ। ਤੇ ਘਰ ਵਿੱਚ ਗਰੀਬੀ ਵੀ ਬਹੁਤ ਰਹੀ ਹੈ ਤੇ ਹੁਣ ਥੋੜਾ ਸੈੱਟ ਹੋਇਆ ਆ, ਪਹਿਲਾਂ ਬਹੁਤ ਗਰੀਬੀ ਸੀ ਘਰ 'ਚ। ਤੇ ਬਾਕੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਕਿ ਮੈਨੂੰ ਦੇਖ ਕੇ ਜੱਜ ਨਾ ਕਰਿਆ ਕਰੋ, ਤੇ ਜੇ ਕੋਈ ਗੱਲ ਕਹਿਣੀ ਵੀ ਆ ਸਿਰਫ ਮੇਰੇ ਫੇਸ ਤੇ ਆ ਕੇ ਕਹੋ, ਜਾਂ ਮੈਨੂੰ ਖੁਦ ਮੈਸੇਜ ਕਰੋ ਵੀ ਆਹ ਗੱਲ ਹੈ, ਇੱਥੋਂ ਕੀ ਹੈ ਕੀ ਨਹੀਂ। ਕੋਈ ਮੈਨੂੰ ਗਾਲ ਨਾ ਕੱਢੋ, ਕੁਛ ਨਾ ਕਰੋ, ਕਿਉਂਕਿ ਜੇ ਮੈਂ ਕਿਸੇ ਨੂੰ ਕੁਛ ਨਹੀਂ ਕਹਿੰਦੀ ਨਾ ਤਾਂ ਮੈਨੂੰ ਕੋਈ ਕੁਛ ਕਹਿਣ ਦਾ ਫਰਜ਼ ਨਹੀਂ ਹੈਗਾ। ਹਾਂਜੀ, ਸਹੀ ਗੱਲ। ਤੇ ਇੰਟਰਵਿਊ ਚੰਗੀ ਲੱਗੀ ਭੈਣ ਹੋਰਾਂ ਦੀ ਜ਼ਰੂਰ ਸ਼ੇਅਰ ਕਰੋ ਕਿ ਇਹ ਹਾਲਾਤਾਂ ਨੇ ਐਸੀ ਇਹ ਕੁੜੀ ਬਣਾਤੀ। ਤੇ ਕਿਸੇ ਦਾ ਸ਼ੌਂਕ ਨਹੀਂ ਕਰਦਾ ਹੁੰਦਾ, ਸ਼ੌਂਕ ਬਹੁਤ ਸੀ ਭੈਣ ਦੇ ਕਿ ਪੁਲਿਸ ਦੇ ਵਿੱਚ ਜਾਵੇ ਜਾਂ ਆਰਮੀ ਦੇ ਵਿੱਚ ਜਾਵੇ। ਇਹ ਹਾਲਾਤਾਂ ਕਰਕੇ ਇਹਦੇ ਮਾਂ-ਬਾਪ ਦਾ ਸ਼ੌਂਕ ਸੀ ਕਿ ਇਹ ਸਾਡਾ ਪੁੱਤ ਇੱਕ ਮੁੰਡਿਆਂ ਵਾਂਗ ਬਣ ਕੇ ਰਹੇ। ਮਾਂ ਦਾ ਸਾਇਆ ਬਚਪਨ 'ਚ ਹੀ ਉੱਠ ਜਾਂਦਾ ਤੇ
ਪਰ ਫਾਦਰ ਸਾਹਿਬ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਪੁੱਤ ਜਾਂ ਮੇਰੀ ਧੀ ਇੱਕ ਮੁੰਡਿਆਂ ਵਾਂਗ ਬਣ ਕੇ ਰਹੇ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਕੈਂਟ ਪੰਜਾਬੀ।